ਜਿਵੇਂ ਹੁਣ ਮੇਰਾ ਪ੍ਰੋਫੈਸ਼ਨ ਸੀ, ਮੇਰਾ ਸਟਿਚਿੰਗ ਦਾ ਕੰਮ ਸੀ ਮੇਰੇ ਫਾਦਰ ਸਾਹਿਬ ਦਾ। ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ, ਉਹਨਾਂ ਨੂੰ 20 ਸਾਲ ਹੋ ਗਏ, ਉਹਨਾਂ ਦੀ 2000 ਦੇ ਵਿੱਚ ਡੈਥ ਹੋ ਗਈ ਸੀ। ਮੈਂ ਉਸ ਟਾਈਮ 16 ਸਾਲ ਦਾ ਸੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਮੈਂ ਸਵੇਰੇ ਆਟਾ ਕਿਵੇਂ ਲੈ ਕੇ ਆਵਾਂਗਾ, ਕਿਉਂਕਿ ਕੋਈ ਸਾਥ ਨਹੀਂ ਦਿੰਦਾ ਹੁੰਦਾ। ਇਨਸਾਨ ਨੂੰ ਆਪ ਹੀ ਉੱਠਣਾ ਪੈਂਦਾ, ਆਪ ਹੀ ਅੱਗੇ ਵਧਣਾ ਪੈਂਦਾ। ਕਿਉਂਕਿ ਇਹ ਤਾਂ ਸ਼ੁਕਰ ਹੈ ਕਿ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਦਾ ਮਾੜਾ ਨਹੀਂ, ਕਿਸੇ ਦਾ ਬੁਰਾ ਨਹੀਂ। ਇੱਕ ਕੰਮ ਦੇ ਨਾਲ ਪਿਆਰ ਕਰਦਾ ਸੀ, ਇੱਕ ਆਪਣਾ ਮੇਰਾ ਸ਼ੌਂਕ, ਇੱਕ ਮੇਰਾ ਪ੍ਰੋਫੈਸ਼ਨ। ਮੈਂ ਚਾਹੁੰਦਾ ਸੀ ਕਿ ਕੁਛ ਹਟ ਕੇ ਕਰਾਂ, ਸ਼ੁਰੂ ਤੋਂ ਹੀ ਹੁੰਦਾ। ਮੈਨੇ ਹਰ ਵਾਰ ਮੈਂ ਇਹੀ ਕਹਿਣਾ ਕਿ ਜਿਹੜੇ ਆਰਟਿਸਟ ਹੁੰਦੇ ਆ ਉਹ ਪੈਦਾ ਹੁੰਦੇ ਆ, ਉਹ ਬਣਦੇ ਨਹੀਂ ਹੈ। ਕਿਉਂਕਿ ਉਹਦੇ ਅੰਦਰ ਜਨੂਨ ਹੁੰਦਾ ਸ਼ੁਰੂ ਤੋਂ ਹੀ ਕਿ ਮੈਂ ਕੁਛ ਹਟ ਕੇ ਕਰਾਂ। ਦਿਨ ਰਾਤ ਨਹੀਂ ਦੇਖੀ, ਸਵੇਰ ਸ਼ਾਮ ਨਹੀਂ ਦੇਖੀ। ਉਰੇ ਮੈਂ ਰਾਤਾਂ ਨੂੰ ਬੈਠਾ ਰਹਿੰਦਾ ਸੀ, ਸਾਰੀ ਰਾਤ ਬੈਠ ਕੇ ਕੰਮ ਕਰਦਾ ਰਹਿੰਦਾ ਸੀ। ਮੈਨੂੰ ਕਹਿੰਦੇ ਹੁੰਦੇ ਸੀ ਮਾਰਕੀਟ ਵਾਲੇ ਕਿ ਤੂੰ ਤਾਂ ਪਾਗਲ ਹੈ, ਕਿਉਂ ਇਹ ਕੰਮ ਕਰੀ ਜਾਂਦਾ? ਚੰਗੇ ਭਲੇ ਸੂਟ ਬਣਾਉਣਾ, ਕੋਟ ਬਣਾਉਣਾ, ਅਚਕਨ ਬਣਾਉਣਾ, ਸਿੰਗਰਾਂ ਦੀਆਂ ਡਰੈਸਾਂ ਬਣਾਉਣਾ, ਮਾਨ ਸਾਹਿਬ ਦੀਆਂ ਡਰੈਸਾਂ ਬਣਾ ਰਿਹਾ ਮੈਂ ਕਿੰਨੇ ਸਾਲਾਂ ਤੋਂ, ਕਿ ਕਿੰਨਾ ਕੁਛ ਕਰਦਾ ਹੈ, ਕੀ ਕਰਨ ਲੱਗਿਆ ਹੋਇਆ, ਕਿਸੇ ਨੇ ਨਹੀਂ ਪੁੱਛਣਾ। ਪਰ ਮੈਨੇ ਕਿਹਾ ਸੀ ਕਿ ਇੱਕ ਦਿਨ ਮੇਰਾ ਵੀ ਆਏਗਾ। ਅੱਜ ਤਾਂ ਮੈਂ ਮਿਹਨਤ ਕਰ ਰਿਹਾ ਕਿ ਇੱਕ ਦਿਨ ਮੇਰਾ ਵੀ ਆਏਗਾ ਜਿਹਦੇ ਵਿੱਚ ਦੁਨੀਆ ਯਾਦ ਰੱਖੇਗੀ, ਤੇ ਇੰਡੀਆ ਦਾ ਨਾਮ ਤੇ ਪਟਿਆਲੇ ਦਾ, ਪੰਜਾਬ ਦਾ ਨਾਮ ਮੈਂ ਰੋਸ਼ਨ ਕਰਾਂਗਾ। ਜਦ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਕਿਤੇ ਬਾਹਰ ਹੈ ਹੀ ਨਹੀਂ, ਫਿਰ ਮੈंने ਇਹਨੂੰ ਸਰਚ ਕਰਿਆ ਕਿ ਮੈਂ ਦੇਖਾਂ ਕਿਤੇ ਕੋਈ ਹੋਰ ਵੀ ਹੈਗਾ। ਉਹ ਸਰਚਿੰਗ ਦੇ ਵਿੱਚ ਮੈਨੂੰ ਕੋਈ ਨਹੀਂ ਦਿਖਿਆ। ਫਿਰ ਮੈंने ਚੈਲੰਜ ਕਰਿਆ ਕਿ ਅਗਰ ਕੋਈ ਮੇਰੇ ਨਾਲ ਦਾ ਕੰਮ ਬਣਾਉਂਦਾ ਹੋਵੇ ਤਾਂ ਉਹਨੂੰ 1 ਲੱਖ ਰੁਪਏ ਦਾ ਇਨਾਮ। ਉਹਦੇ ਵਿੱਚ ਵੀ ਮੈਨੂੰ ਕੋਈ ਨਹੀਂ ਮਿਲਿਆ। ਫਿਰ ਮੈਨੂੰ ਅੱਗੇ ਸਾਬਤ ਕਰਨ ਵਾਸਤੇ ਜਦ ਮੈਨੂੰ ਵਰਲਡ ਰਿਕਾਰਡਸ ਮਿਲੇ, ਤਦ ਮੇਰਾ ਸਾਬਤ ਹੋ ਗਿਆ ਕਿ ਇਹ ਇਕੱਲਾ ਕਰ ਰਿਹਾ। ਲੋਕਲ ਮਸ਼ੀਨ ਹੈ ਜੋ ਪੁਰਾਣੀ ਹੈ, 50-100 ਸਾਲ ਤੋਂ ਲੋਕ ਬਣਾ ਰਹੇ ਆ, ਮੈਂ ਉसी ਚੀਜ਼ ਬਣਾ ਰਿਹਾ। ਇਹ ਨਹੀਂ ਕਿ ਮੈंने ਕੋਈ ਨਵੀਂ ਪ੍ਰੋਫੈਸ਼ਨ ਦੀ ਲਈ ਉਹਨੂੰ ਕੁਝ ਮੋਟੀਵੇਟ ਕਰਨਾ, ਨਹੀਂ, ਕੁਝ ਨਹੀਂ ਕਰਿਆ ਉਸਨੂੰ। ਉਹ ਸਿਰਫ ਉੱਦਾਂ ਹੀ ਸਿੰਪਲ ਹੈ, ਸਿੰਗਲ ਸਿਲਾਈ ਲੱਗਦੀ ਰਹਿੰਦੀ ਹੈ ਤਾਂ ਮੈਂ ਕੰਮ ਕਰਦਾ ਰਹਿੰਦਾ। ਜਦ ਆਪਾਂ ਇਨੋਵੇਸ਼ਨ ਕਰਦੇ ਹਾਂ, ਆਪਾਂ ਚਾਹੁੰਦੇ ਹਾਂ ਕਿ ਆਪਾਂ ਆਪਣੇ ਸੂਬੇ ਦਾ ਨਾਮ ਰੋਸ਼ਨ ਕਰੀਏ, ਪਰਿਵਾਰ ਦਾ ਨਾਮ ਰੋਸ਼ਨ ਕਰੀਏ। ਪਰ ਮੈਂ ਜਿਹੜਾ ਬੰਦਾ ਕਰਦਾ ਹੈ ਤਾਂ ਉਹਨੂੰ ਸਰਕਾਰ ਕੀ ਦਿੰਦੀ ਹੈ? ਕੁਛ ਨਹੀਂ। ਸਰਕਾਰ ਦਾ ਇੰਨਾ ਵੀ ਨਹੀਂ ਹੋਇਆ ਕਿ ਮੋਢੇ ਦੇ ਹੱਥ ਰੱਖ ਕੇ ਸ਼ਾਬਾਸ਼ ਦੇ ਦਿੱਤੇ ਕਿ ਬੇਟਾ ਬਹੁਤ ਵਧੀਆ ਕੰਮ ਕਰ ਰਿਹਾ, ਉਹ ਵੀ ਨਹੀਂ ਹੁਣ ਤੱਕ ਮਿਲੀ। ਅਗਰ ਮੈਂ ਪਟਿਆਲਾ ਛੱਡ ਕੇ ਮੈਂ ਕਿਤੇ ਹੋਰ ਸਟੇਟ 'ਚ ਚਲਾ ਜਾਂਦਾ, ਉਧਰ ਵੱਲੋਂ ਮੈਨੂੰ ਸਭ ਕੁਝ ਦਿੰਦੇ ਆ, ਤਾਂ ਫਿਰ ਮੈਂ ਜਾਵਾਂਗਾ ਨਹੀਂ। ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣਾ ਪਟਿਆਲਾ ਛੱਡ ਕੇ ਮੈਂ ਕਿਤੇ ਹੋਰ ਸਟੇਟ 'ਚ ਜਾਵਾਂ, ਕਿ ਹੋਰ ਸਟੇਟ ਵਾਲੇ ਜੌਬ ਵੀ ਦੇਣਗੇ, ਸਭ ਕੁਝ ਕਰਨਗੇ, ਪਰ ਮੈਂ ਜਿਸ ਜਗ੍ਹਾ ਦੇ ਉੱਪਰ ਜੰਮਿਆ ਪਲਿਆ, ਜਿੱਥੇ ਰਿਹਾ ਹੋਇਆ, ਮੈਂ ਤਾਂ ਇਹਨਾਂ ਨੂੰ ਗੁਜ਼ਾਰਿਸ਼ ਕਰ ਸਕਦਾ ਕਿ ਦਿਖਾਵਾਂਗੇ ਤੁਹਾਨੂੰ। ਅਵਾਰਡ ਦੇਖ ਹੀ ਰਹੇ ਹੋ, ਅਵਾਰਡ ਤਾਂ ਬਹੁਤ ਹੈ, ਸਰਟੀਫਿਕੇਟ ਬਹੁਤ ਪਏ ਹੋਏ ਆ, ਸਿਰਫ ਉਹਨਾਂ ਨੇ ਐਪਰੀਸ਼ੀਏਸ਼ਨਸ ਮਿਲਦੀਆਂ, ਉੱਥੋਂ ਕੋਈ ਪੈਸਾ ਜਾਂ ਕੋਈ ਖਰਚਾ ਕੁਝ ਨਹੀਂ ਮਿਲਦਾ ਹੁੰਦਾ। ਵਰਲਡ ਰਿਕਾਰਡ ਦੇ ਵਿੱਚ ਵੀ ਕੁਝ ਨਹੀਂ ਮਿਲਦਾ, ਤੁਹਾਨੂੰ ਆਪਣੇ ਪੱਲੋਂ ਹੀ ਲਾਣੇ ਪੈਂਦੇ ਆ। ਇੱਕ ਤਾਂ ਤੁਹਾਡੇ ਅੰਦਰ ਕਾਬਲੀਅਤ ਹੋਵੇ, ਇੱਕ ਤੁਸੀਂ ਉਹਦੀ ਫੀਸ ਵੀ ਭਰਦੇ ਹੋ, ਜਿਹੜੀ ਮੋਮੈਂਟੋ ਦੀ ਫੀਸ ਹੁੰਦੀ ਉਹ ਵੀ ਤੁਹਾਡੀ ਹੁੰਦੀ ਹੈ, ਸਰਟੀਫਿਕੇਟ ਦੀ ਫੀਸ ਵੀ ਤੁਹਾਡੀ ਹੁੰਦੀ ਹੈ, ਤੇ ਜਿਹੜਾ ਮਰਜ਼ੀ ਅਵਾਰਡ ਲੈ ਲਓ ਤੁਸੀਂ। 2500, 3000, 3500 ਯੂਨੀਕ ਵਰਲਡ ਰਿਕਾਰਡ ਦੋ ਮਿਲੇ ਹੋਏ ਹੈ। 12000 ਇੱਕ ਦਾ ਸੀ, 6-6000 ਰੁਪਏ ਦਿੱਤਾ 2 ਜਾਣਿਆਂ ਦਾ। ਹਰ ਇੱਕ ਚੀਜ਼ ਦੇ ਪੈਸੇ ਹੈ, ਇੰਡੀਆ ਬੁੱਕ ਆਫ ਰਿਕਾਰਡ ਦੇ ਪੈਸੇ ਹੈ, ਲਿਮਕਾ ਬੁੱਕ ਆਫ ਰਿਕਾਰਡ ਦੇ, ਹਰ ਇੱਕ ਚੀਜ਼ ਦਾ ਪੈਸਾ ਹੈ। ਤੁਸੀਂ ਪੈਸੇ ਦੋਗੇ, ਤੁਹਾਡੇ ਪੈਸੇ ਦੀ ਅਮਾਊਂਟ ਮੋਮੈਂਟੋ ਆਏਗਾ। ਇੱਕ ਤੁਹਾਡੇ ਅੰਦਰ ਕਾਬਲੀਅਤ, ਇੱਕ ਤੁਹਾਡਾ ਹੀ ਪੈਸਾ। ਇੱਕ ਸਰਕਾਰ ਕੋਲੋਂ ਜਾਂਦੇ ਆ, ਉੱਥੋਂ ਵੀ ਤੁਹਾਨੂੰ ਕੀ ਮਿਲੇਗਾ? ਸਰਟੀਫਿਕੇਟ, ਐਪਰੀਸ਼ੀਏਸ਼ਨ ਲਓ ਤੇ ਉਹਨੂੰ ਆਪਣੇ ਘਰ ਜਾ ਕੇ ਫਰੇਮ ਬਣਵਾ ਕੇ ਲਟਕਾ ਲਓ, ਪਰ ਮਦਦ ਕੋਈ ਨਹੀਂ। ਕਿਉਂਕਿ ਮੇਰੇ ਜਿਹੜੇ ਅਵਾਰਡ ਹੈ ਸਾਰੇ ਦੇ ਵਿੱਚ ਮਿੱਟੀ ਜੰਮੀ ਹੋਈ ਹੈ, ਸਰਟੀਫਿਕੇਟਾਂ ਦੇ ਉੱਪਰ ਮਿੱਟੀ ਕੱਟਾ ਜੰਮਿਆ ਹੋਇਆ, ਉਹਨੂੰ ਮੈਨੂੰ ਚੱਕਣ ਨੂੰ ਵੀ ਦਿਲ ਨਹੀਂ ਕਰਦਾ। ਆ ਵਰਲਡ ਰਿਕਾਰਡ ਦੇਖੋ, ਲੋਕ ਮੈंने ਇਸ ਨੂੰ ਫਰੇਮ ਵੀ ਨਹੀਂ ਕਰਵਾ ਪਾ ਰਿਹਾ। ਇਹ ਯੂਨੀਕ ਵਰਲਡ ਰਿਕਾਰਡ ਹੈ ਜਿਹਨੂੰ ਦੁਨੀਆ ਲੈਣ ਲਈ ਤਰਸਦੀ ਹੈ। ਆ ਦੇਖੋ ਮੇਰੇ ਫਟ ਗਏ, ਮੈਂ ਇਹਨਾਂ ਨੂੰ ਫਰੇਮ ਵੀ ਨਹੀਂ ਕਰਵਾ ਪਾ ਰਿਹਾ। ਉਹ ਕਿਉਂ? ਕਿਉਂਕਿ ਬੰਦੇ ਦੇ ਅੰਦਰੋਂ ਜਿਹੜਾ ਚੀਜ਼ ਨੂੰ ਅੱਗੇ ਹਾਸਲ ਕਰਨ ਦਾ ਹੁੰਦਾ ਨਾ, ਉਹ ਟੁੱਟ ਜਾਂਦਾ ਹੁੰਦਾ, ਕਿਉਂਕਿ ਜਦ ਉਹਨੂੰ ਅੱਗੋਂ ਸਪੋਰਟ ਨਹੀਂ ਮਿਲਦੀ। ਕਿ ਮਰਿਆ ਹਾਥੀ ਲੱਖ ਰੁਪਏ ਦਾ, ਜਿੰਦਾ ਹਾਥੀ ਕੱਖ ਰੁਪਏ ਦਾ, ਉਹ ਕੰਮ ਨਾ ਹੋ ਜੇ ਮੈਨੂੰ ਜਿੱਥੇ ਤੱਕ ਲੱਗਦਾ। ਕਿਉਂਕਿ ਉਸ ਤੋਂ ਬਾਅਦ ਹਰ ਕੋਈ ਕਹੇਗਾ ਹਾਂਜੀ ਕਰੁਣ ਬਜਾਜ ਹੁੰਦਾ ਸੀ ਜਿਹੜਾ ਚੀਜ਼ ਕਰਦਾ ਸੀ, ਪਰ ਜਦ ਬੰਦਾ ਕੋਲ ਹੁੰਦਾ ਉਸ ਨੂੰ ਕੋਈ ਨਹੀਂ ਸੰਭਾਲਦਾ। ਮੈਂ ਤਾਂ ਚਲੋ ਇੱਕ ਇਕੱਲਾ ਬਣਾ ਰਿਹਾ, ਮੈਂ ਇੰਨੀ ਜ਼ਿਆਦਾ ਉਹ ਮੰਗ ਰਿਹਾ, ਤੇ ਜਿਹੜੇ ਲੋਕ ਲੱਖਾਂ ਕਰੋੜਾਂ ਬੰਦੇ ਹੈ, ਪੇਂਟਰਸ ਹੈ, ਆਰਟਿਸਟ ਹੈ, ਹੋਰ ਹੈ, ਉਹਨਾਂ ਦਾ ਕੀ ਹੋਏਗਾ ਜਿਹੜਾ ਮੇਰੇ ਇਕੱਲੇ ਦਾ ਹੀ ਨਹੀਂ ਹੋ ਰਿਹਾ, ਜਿਹੜਾ ਬੰਦਾ ਵਰਲਡ ਦੇ ਵਿੱਚ ਇਕੱਲਾ ਬਣਾ ਰਿਹਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਤੇਜਿੰਦਰ ਫਤਿਹਪੁਰ। ਅੱਜ ਅਸੀਂ ਉਸ ਸ਼ਖਸੀਅਤ ਨੂੰ ਮਿਲਣ ਆਏ ਆ ਜਿਹੜੇ ਹਿੰਦੁਸਤਾਨ ਦੇ ਵਿੱਚ ਨਿਡਲ ਮੈਨ ਦੇ ਨਾਮ ਨਾਲ ਜਾਣੇ ਜਾਂਦੇ ਆ। ਅਕਸਰ ਕੀ ਹੈ ਕਿ ਜਦੋਂ ਜ਼ਿੰਦਗੀ ਦੇ ਵਿੱਚ ਪੈਸ਼ਨ ਤੇ ਪ੍ਰੋਫੈਸ਼ਨ ਸੇਮ ਹੋਵੇ ਤਾਂ ਫਿਰ ਕਹਿੰਦੇ ਨੇ ਕਿ ਜ਼ਿੰਦਗੀ ਜਿਉਣ ਦਾ ਜਿਹੜਾ ਮਜ਼ਾ ਹੈ ਉਹ ਵੱਖਰਾ ਹੀ ਹੁੰਦਾ, ਉਹ ਨਿਰਾਲਾ ਹੁੰਦਾ। ਕਿਉਂਕਿ ਬਹੁਤ ਸਾਰੇ ਲੋਕ ਇੱਦਾਂ ਦੇ ਆ ਜਿਨ੍ਹਾਂ ਦਾ ਪੈਸ਼ਨ ਕੁਛ ਹੋਰ ਹੁੰਦਾ, ਪ੍ਰੋਫੈਸ਼ਨ ਕੁਛ ਹੋਰ ਹੁੰਦਾ। ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਮਾਈਂਡ ਹੈ ਉਹ ਅਪਸੈਟ ਰਹਿੰਦੇ ਨੇ, ਪਰ ਜੇ ਪੈਸ਼ਨ ਤੇ ਪ੍ਰੋਫੈਸ਼ਨ ਸੇਮ ਹੋਵੇ ਤਾਂ ਉਸ ਚੀਜ਼ ਨੂੰ ਉਹ ਇੰਜੋਏ ਕਰਦੇ ਆ। ਸੋ ਅਸੀਂ ਜਿਹੜੀ ਸ਼ਖਸੀਅਤ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਾਡੇ ਨਾਲ ਨੇ, ਉਹ ਨੇ ਪਟਿਆਲਾ ਦੇ ਅਰੁਣ ਬਜਾਜ, ਜਿਨ੍ਹਾਂ ਦਾ ਪੈਸ਼ਨ ਤੇ ਪ੍ਰੋਫੈਸ਼ਨ ਸੇਮ ਹੈ। ਉਹ ਹਿੰਦੁਸਤਾਨ ਦੇ ਵਿੱਚ ਨਿਡਲ ਮੈਨ ਦੇ ਨਾਮ ਨਾਲ ਮਸ਼ਹੂਰ ਨੇ।
ਤੁਹਾਡਾ ਸਵਾਗਤ ਹੈ ਬਜਾਜ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਇਹ ਦੱਸੋ ਕਿ ਤੁਹਾਡਾ ਜਿਹੜਾ ਨਿਡਲਮੈਨ ਨਾਮ ਹੈ ਇਹ ਕਿੱਥੋਂ ਪਿਆ ਤੇ ਕਿੱਦਾਂ ਪਿਆ? ਦੇਖੋ ਜੀ, ਸਾਰਿਆਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਤੁਸੀਂ ਸਾਰੇ ਲੋਕ ਤਾਂ ਮੈਨੂੰ ਜਾਣਦੇ ਹੋ, ਮੈਨੂੰ ਪਿਆਰ ਕਰਦੇ ਹੋ, ਤੁਹਾਡਾ ਬਹੁਤ ਪਿਆਰ ਮਿਲਦਾ। ਤੇ ਜਿਹੜੇ ਸਾਡੇ ਸਪੋਕਸਮੈਨ ਜੀ, ਸਾਡੇ ਰੋਜ਼ਾਨਾ ਸਪੋਕਸਮੈਨ ਜੀ ਆਏ ਹੈ, ਤੇ ਇਹਨਾਂ ਦਾ ਮੈਂ ਸਵਾਗਤ ਕਰਦਾ ਆਪਣੀ ਸ਼ਾਪ ਤੇ। ਤੁਹਾਡਾ ਮੈਨੂੰ ਪਿਆਰ ਮਿਲਿਆ। ਮੇਰਾ ਨਾਮ ਤਾਂ ਅਰੁਣ ਬਜਾਜ ਸੀ, ਪਰ ਮੈਂ ਤਾਂ ਇਹੀ ਕਹਿਣਾ, ਮੈਨੂੰ ਲੋਕਾਂ ਨੇ ਨਾਮ ਦਿੱਤਾ ਨਿਡਲਮੈਨ। ਅੱਜ ਜਿਹੜਾ ਐਡਾ ਪਿਆਰ ਮਿਲ ਰਿਹਾ ਹੈ, ਤੁਹਾਡੇ ਸਦਕੇ ਹੀ ਮਿਲ ਰਿਹਾ ਹੈ। ਇਹਦੇ ਪਿੱਛੇ ਬਹੁਤ ਲੰਬੀ ਕਹਾਣੀ ਹੈ। 25 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ, ਤੇ ਕੰਮ ਕਰਦੇ ਕਰਦੇ ਹੀ ਮੈਨੂੰ ਅੱਗੇ ਤੋਂ ਅੱਗੇ ਇੱਕ ਜਿਵੇਂ ਕਹਿੰਦੇ ਨਾ ਗੋਡ ਗਿਫਟ ਮਿਲਦਾ। ਮੈਨੂੰ ਐਦਾਂ ਹੀ ਖਾਬ ਆਇਆ ਸੀ ਗੁਰੂ ਨਾਨਕ ਦੇਵ ਜੀ ਦਾ, ਤੋਂ 17 ਸਾਲ ਪਹਿਲਾਂ ਜਦ ਮੈਂ ਤਸਵੀਰਾਂ ਬਣਾਉਣੀਆਂ ਸ਼ੁਰੂ ਕਰੀਆਂ, ਤੇ ਉਹ ਫਿਰ ਮੈਨੂੰ ਅੱਗੇ ਤੋਂ ਅੱਗੇ ਐਸੀ ਦੂਰ ਤੱਕ ਲੈ ਗਏ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਮਾਲਕ ਮੇਰੇ ਤੇ ਇੰਨਾ ਪਿਆਰ ਕਰਦੇ ਆ। ਤੇ ਮੈਂ ਬੜਾ ਸ਼ੁਕਰਗੁਜ਼ਾਰ ਕਰਦਾ ਕਿ ਬਾਬਾ ਨਾਨਕ ਜੀ ਨੇ ਮੈਨੂੰ ਉਰੇ ਤੱਕ ਅੱਜ ਪਹੁੰਚਾਇਆ, ਕਿ ਤੁਹਾਡੇ ਸਾਰਿਆਂ ਦਾ ਇੰਨਾ ਪਿਆਰ ਮਿਲਦਾ, ਇੰਨਾ ਸਤਿਕਾਰ ਮਿਲਦਾ, ਰੋਜ਼ ਤੁਹਾਡਾ ਆਸ਼ੀਰਵਾਦ ਮਿਲਦਾ, ਤੇ ਮੈਂ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਜੀ, ਜਿਸ ਤਰ੍ਹਾਂ ਇਹ ਪਤਾ ਹੈ ਕਿ ਬਹੁਤ ਸਾਲ ਪਹਿਲਾਂ ਤੁਸੀਂ ਕਿਹਾ ਕਿ 17 ਸਾਲ ਪਹਿਲਾਂ ਤੁਹਾਨੂੰ ਇੱਕ ਸੁਪਨਾ ਆਉਂਦਾ ਹੈ, ਉਸ ਸੁਪਨੇ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਨੂੰ ਦਰਸ਼ਨ ਦਿੰਦੇ ਆ, ਤੇ ਉਸ ਤੋਂ ਬਾਅਦ ਤੁਹਾਡੇ ਦਿਮਾਗ 'ਚ ਆਉਂਦਾ ਹੈ ਕਿ ਤੁਸੀਂ ਉਹਨਾਂ ਦੀ ਤਸਵੀਰ ਬਣਾਉਣੀ ਹੈ। ਸ਼ਾਇਦ ਸੁਪਨੇ 'ਚ ਤੁਸੀਂ ਤਸਵੀਰ ਬਣਾ ਰਹੇ ਸੀ, ਔਰ ਉਸ ਤੋਂ ਬਾਅਦ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਉਸ ਸੁਪਨੇ ਤੋਂ ਬਾਅਦ ਕਿੰਨਾ ਟਾਈਮ ਬਾਅਦ ਸ਼ੁਰੂ ਕੀਤੀ, ਔਰ ਉਸ ਤਸਵੀਰ ਨੂੰ ਮੁਕੰਮਲ ਹੋਣ 'ਤੇ ਕਿੰਨਾ ਸਮਾਂ ਲੱਗਿਆ? ਜੀ, ਸੁਪਨੇ ਤੋਂ ਬਾਅਦ ਤਾਂ ਮੈਂ ਉਸੇ ਟਾਈਮ ਹੀ ਉੱਡਦੇ ਸਾਰ ਹੀ ਮੈंने ਤਸਵੀਰ ਹੀ ਸ਼ੁਰੂ ਕਰੀ ਸੀ, ਕਿਉਂਕਿ ਗਰਮੀਆਂ ਦੇ ਦਿਨ ਸੀ, ਲਾਈਟ ਉਰੇ ਹੁੰਦੀ ਨਹੀਂ ਹੈ, ਤੇ ਗਰਮੀਆਂ ਦੇ ਦਿਨ 'ਚ ਮੈਂ ਸੋ ਰਿਹਾ ਸੀ। ਉਸ ਦੇ ਵਿੱਚ ਮੈਨੂੰ ਇੱਕੋ ਦਮ ਜਦ ਖਿਆਲ ਆ ਕੇ ਮੈਂ ਉੱਠਿਆ, ਤਾਂ ਮੈਂ ਨਾਲ ਦੀ ਨਾਲ ਸ਼ੁਰੂ ਕਰਤੀ ਸੀ। ਤੇ ਉਸ ਤੋਂ ਮੈਨੂੰ ਬਣਾਉਂਦੇ ਮੈਨੂੰ ਉਸ ਨੂੰ ਇੱਕ ਹਫ਼ਤਾ ਲੱਗਿਆ ਸੀ, ਪਰ ਜਦ ਮੈंने ਹਫ਼ਤੇ ਬਾਅਦ ਉਹ ਬਣਾ ਕੇ ਲੋਕਾਂ ਨੂੰ ਦਿਖਾਈ, ਤੇ ਲੋਕਾਂ ਨੇ ਇੰਨੀ ਪਸੰਦ ਕਰੀ, ਮੈਂ ਆਪ ਹੈਰਾਨ ਰਹਿ ਗਿਆ। ਅਜੇ ਉਹ ਇੰਨੀ ਜ਼ਿਆਦਾ ਸਾਫ਼ ਨਹੀਂ ਬਣੀ ਸੀ, ਮੈਂ ਤੁਹਾਨੂੰ ਉਹਦੀ ਫੋਟੋ ਦਿਖਾ ਰਿਹਾ ਹੁਣ, ਤੁਸੀਂ ਫੋਟੋ ਦੇਖ ਰਹੇ ਹੋ, ਪਰ ਇੰਨੀ ਜ਼ਿਆਦਾ ਕਲੀਅਰ ਨਹੀਂ ਸੀ। ਪਰ ਲੋਕਾਂ ਨੇ ਬਸ ਅੱਗੇ ਤੋਂ ਅੱਗੇ ਮੈਨੂੰ ਕਿਹਾ ਕਿ ਤੂੰ ਇਸ ਨੂੰ ਹੋਰ ਕਰ। ਫਿਰ मैंने सोचा कि कुछ बड़ा क्यों ना कराया जाए। फिर मैंने कृष्ण जी की फोटो शुरू करी सी। उस टाइम वो कृष्ण जी की फोटो ਨੂੰ मैंने सोचा सी ਵੱਡਾ ਬਣਾਵਾਂਗਾ। ਉਹ ਕਰਦੇ ਮੈਨੂੰ ਉਸ ਨੂੰ 3 ਸਾਲ ਲੱਗ ਗਏ। ਅੱਜ ਉਸ ਨੂੰ 5 ਵਰਲਡ ਰਿਕਾਰਡ ਮਿਲੇ ਹੋਏ ਆ। ਉਹਦੇ ਵਿੱਚ 28,36,000 ਮੀਟਰ ਧਾਗਾ ਲੱਗਿਆ ਹੋਇਆ ਹੈ। ਉਹ ਦੁਨੀਆ ਦੀ ਸਭ ਤੋਂ ਲੰਬੇ ਧਾਗੇ ਦੀ ਤਸਵੀਰ ਹੈ ਸਿਲਾਈ ਮਸ਼ੀਨ ਦੇ ਨਾਲ, ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਅੱਗੇ ਤੋਂ ਅੱਗੇ ਕੁਝ ਹੋਰ ਕਰਾਂ। ਉਹ ਬਸ ਮੇਰਾ ਉਤਸ਼ਾਹ बढ़दा चला गया, ਅੱਗੇ ਤੋਂ ਅੱਗੇ ਚਲਾ ਗਿਆ। ਉਸ ਤੋਂ ਬਾਅਦ ਤਾਂ ਫਿਰ मैंने ਗੁਰੂ ਨਾਨਕ ਦੇਵ ਜੀ ਦੇ ਬਹੁਤ ਪੋਰਟਰੇਟ ਬਣਾਏ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਣਾਏ, ਗੁਰੂ ਗੋਬਿੰਦ ਸਿੰਘ ਜੀ ਦੇ ਬਣਾਏ। ਫਿਰ मैंने ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਬਣਾਇਆ। ਫਿਰ मैंने ਇੱਕ ਲਾਇਨ ਬਣਾਇਆ, ਕੇਵ ਦੇ ਵਿੱਚ, ਜੰਗਲ ਦੇ ਵਿੱਚ ਖੜਾ। ਬਹੁਤ ਕੁਝ ਬਣਾ ਚੁੱਕਿਆ ਐਸਾ। ਜ਼ਿਆਦਾਤਰ ਮੇਰੇ ਹੁਣ ਜਿਹੜੇ ਮੈਂ ਬਣਾ ਰਿਹਾ ਉਹ ਮੋਟੀਵੇਸ਼ਨ ਲਈ ਹੈ। ਲੋਕਾਂ ਦੇ ਪੋਰਟਰੇਟ ਬਹੁਤ ਬਣਾਏ, ਫੈਮਲੀਜ਼ ਦੇ, ਮਦਰ ਦੇ, ਫਾਦਰ ਦੇ, ਫੈਮਲੀਆਂ ਦੇ, ਉਹ ਪੋਰਟਰੇਟ ਵੀ ਬਣਾਉਣ ਲੱਗ ਗਿਆ। ਬਸ ਪਰਮਾਤਮਾ ਨੇ ਐਸੀ ਬਾਂਹ ਫੜੀ, ਅੱਗੇ ਤੋਂ ਅੱਗੇ ਚੱਲਣ ਲੱਗ ਗਿਆ। ਜਿਸ ਤਰ੍ਹਾਂ ਤੁਹਾਡਾ ਜਿਹੜਾ ਪ੍ਰੋਫੈਸ਼ਨ ਹੈ ਉਹ ਸੀਗਾ ਤੁਹਾਡਾ ਕਢਾਈ, ਤੁਸੀਂ ਸੂਟਾਂ ਦੀ ਕਢਾਈ ਕਰਦੇ ਸੀ। ਉਸ ਤੋਂ ਬਾਅਦ ਤੁਹਾਡਾ ਪੈਸ਼ਨ ਸੀਗਾ ਕਢਾਈ, ਤੇ ਤੁਸੀਂ ਜੁੜ ਗਏ, ਤਸਵੀਰਾਂ ਬਣਾਉਣ ਲੱਗੇ ਕਢਾਈ ਦੇ ਨਾਲ। ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਤਸਵੀਰ ਬਣਾਈ, ਉਸ ਤੋਂ ਬਾਅਦ ਹੋਰ ਗੁਰੂ ਸਾਹਿਬਾਨਾਂ ਦੀ ਬਣਾਈ, ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਬਣਾਈ। ਕੀ ਇਹ ਜਿਹੜਾ ਪੈਸ਼ਨ ਹੈ ਇਹ ਵੀ ਪ੍ਰੋਫੈਸ਼ਨ ਦੇ ਰੂਪ 'ਚ ਬਦਲਿਆ? ਹੁਣ ਜਿਹੜੀਆਂ ਤੁਸੀਂ ਤਸਵੀਰਾਂ ਬਣਾ ਰਹੇ ਹੋ ਉਹ ਲੋਕਾਂ ਤੋਂ ਚਾਰਜ ਕਰਦੇ ਹੋ? ਜੀ ਇੱਦਾਂ ਹੀ ਹੁੰਦਾ। ਜਿਵੇਂ ਹੁਣ ਮੇਰਾ ਪ੍ਰੋਫੈਸ਼ਨ ਸੀ, ਮੇਰਾ ਸਟਿਚਿੰਗ ਦਾ ਕੰਮ ਸੀ ਮੇਰੇ ਫਾਦਰ ਸਾਹਿਬ ਦਾ। ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ, ਉਹਨਾਂ ਨੂੰ 20 ਸਾਲ ਹੋ ਗਏ। ਉਹਨਾਂ ਦੀ 2000 ਦੇ ਵਿੱਚ ਡੈਥ ਹੋ ਗਈ ਸੀ। ਮੈਂ ਉਸ ਟਾਈਮ 16 ਸਾਲ ਦਾ ਸੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਮੈਂ ਸਵੇਰੇ ਆਟਾ ਕਿਵੇਂ ਲੈ ਕੇ ਆਵਾਂਗਾ, ਕਿਉਂਕਿ ਕੋਈ ਸਾਥ ਨਹੀਂ ਦਿੰਦਾ ਹੁੰਦਾ। ਇਨਸਾਨ ਨੂੰ ਆਪ ਹੀ ਉੱਠਣਾ ਪੈਂਦਾ, ਆਪ ਹੀ ਅੱਗੇ ਵਧਣਾ ਪੈਂਦਾ। ਕਿਉਂਕਿ ਇਹ ਤਾਂ ਸ਼ੁਕਰ ਹੈ ਕਿ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਦਾ ਮਾੜਾ ਨਹੀਂ, ਕਿਸੇ ਦਾ ਬੁਰਾ ਨਹੀਂ। ਇੱਕ ਕੰਮ ਦੇ ਨਾਲ ਪਿਆਰ ਕਰਦਾ ਸੀ, ਕਿਉਂਕਿ ਸਕੂਲ ਟਾਈਮ ਮੈਂ ਸਕੈਚਰ ਸੀ। ਸਕੈਚਰ ਤੇ ਮੈंने ਆਪਣੇ ਪ੍ਰੋਫੈਸ਼ਨ ਨੂੰ ਜੋੜ ਕੇ ਆਰਟ ਬਣਾਇਆ। ਇੱਕ ਆਪਣਾ ਮੇਰਾ ਸ਼ੌਂਕ, ਇੱਕ ਮੇਰਾ ਪ੍ਰੋਫੈਸ਼ਨ। ਮੈਂ ਚਾਹੁੰਦਾ ਸੀ ਕਿ ਕੁਝ ਹਟ ਕੇ ਕਰਾਂ, ਸ਼ੁਰੂ ਤੋਂ ਹੀ ਹੁੰਦਾ। ਮੈंने ਹਰ ਵਾਰ ਮੈਂ ਇਹੀ ਕਹਿਣਾ ਕਿ ਜਿਹੜੇ ਆਰਟਿਸਟ ਹੁੰਦੇ ਆ ਉਹ ਪੈਦਾ ਹੁੰਦੇ ਆ, ਉਹ ਬਣਦੇ ਨਹੀਂ ਆ। ਕਿਉਂਕਿ ਉਹਦੇ ਅੰਦਰ ਜਨੂਨ ਹੁੰਦਾ ਸ਼ੁਰੂ ਤੋਂ ਹੀ ਕਿ ਮੈਂ ਕੁਝ ਹਟ ਕੇ ਕਰਾਂ। ਦਿਨ ਰਾਤ ਨਹੀਂ ਦੇਖੀ, ਸਵੇਰ ਸ਼ਾਮ ਨਹੀਂ ਦੇਖੀ। ਇਸ ਮਾਰਕੀਟ ਦੇ ਵਿੱਚ ਜਿੱਥੇ ਮੈਂ ਬੈਠਾ, ਇਸ ਮਾਰਕੀਟ 'ਚ ਮੈਨੂੰ ਅੱਜ ਮੇਰੇ ਖਿਆਲ 25-27 ਸਾਲ ਹੋਣ ਵਾਲੇ ਆ। ਮੈਂ 12 ਸਾਲ ਦੀ ਉਮਰ ਦਾ ਉਰੇ ਕੰਮ ਕਰ ਰਿਹਾ। ਮੈਂ 8 ਸਾਲ ਦਾ ਤਾਂ ਮੈਂ ਆਪਣੇ ਫਾਦਰ ਸਾਹਿਬ ਦੀ ਖਾਣਾ ਲੈ ਕੇ ਆਉਂਦਾ ਹੁੰਦਾ ਸੀ। 3-3 ਦੁਕਾਨਾਂ ਤੇ ਝਾੜੂ ਮਾਰਨਾ, 3-3 ਦੁਕਾਨਾਂ ਦੀ ਸਫਾਈ ਕਰਨੀ, 3-3 ਦੁਕਾਨਾਂ ਦਾ ਖਾਣਾ ਲੈ ਕੇ ਆਉਣਾ, ਫਿਰ ਉਹਨਾਂ ਦਾ ਸਮਾਨ ਲੈ ਕੇ ਆਉਣਾ। ਬਹੁਤ ਮਿਹਨਤ ਕਰੀ ਹੈ। ਪਰ ਇੱਕ ਚੀਜ਼ ਦੇਖੀ ਹੈ, ਉਰੇ ਮਾਰਕੀਟ ਦੇ ਵਿੱਚ ਸਭ ਤੋਂ ਜ਼ਿਆਦਾ ਰਾਤਾਂ ਲਗਾਉਣ ਵਾਲਾ ਬੰਦਾ ਮੈਂ ਆ। मैंने दिन रात काम करिਆ। ਉਰੇ ਕੋਈ ਨਹੀਂ ਹੁੰਦਾ ਸੀ। ਇਸ ਮਾਰਕੀਟ ਦੇ ਦੋਨੋਂ ਪਾਸੋਂ ਗੇਟ ਬੰਦ ਹੋ ਜਾਂਦੇ ਸੀ। ਪੁਰਾਣੀ ਮਾਰਕੀਟ ਹੈ, ਤਾਂ ਹੀ ਨੂੰ ਅਦਾਲਤ ਬਾਜ਼ਾਰ ਕਿਹਾ ਜਾਂਦਾ, ਕਿਉਂਕਿ ਇਹ ਰਾਜਿਆਂ ਦੇ ਟਾਈਮ ਦੀ ਮਾਰਕੀਟ ਹੈ। ਪੁਰਾਣੀ, ਸਭ ਤੋਂ ਪੁਰਾਣੀ ਮਾਰਕੀਟ ਹੈ ਪਟਿਆਲੇ ਦੀ। ਉਰੇ ਮੈਂ ਰਾਤਾਂ ਨੂੰ ਬੈਠਾ ਰਹਿੰਦਾ ਸੀ, ਸਾਰੀ ਰਾਤ ਬੈਠ ਕੇ ਕੰਮ ਕਰਦਾ ਰਹਿੰਦਾ ਸੀ। ਮੈਨੂੰ ਕਹਿੰਦੇ ਹੁੰਦੇ ਸੀ ਮਾਰਕੀਟ ਵਾਲੇ ਕਿ ਤੂੰ ਤਾਂ ਪਾਗਲ ਹੈ, ਕਿਉਂ ਇਹ ਕੰਮ ਕਰੀ ਜਾਂਦਾ? ਚੰਗੇ ਭਲੇ ਸੂਟ ਬਣਾਉਣਾ, ਕੋਟ ਬਣਾਉਣਾ, ਅਚਕਨ ਬਣਾਉਣਾ, ਸਿੰਗਰਾਂ ਦੀਆਂ ਡਰੈਸਾਂ ਬਣਾਉਣਾ, ਮਾਨ ਸਾਹਿਬ ਦੀਆਂ ਡਰੈਸਾਂ ਬਣਾ ਰਿਹਾ ਮੈਂ ਕਿੰਨੇ ਸਾਲਾਂ ਤੋਂ, ਕਿ ਕਿੰਨਾ ਕੁਝ ਕਰਦਾ। ਇਹ ਕੀ ਕਰਨ ਲੱਗਿਆ ਹੋਇਆ, ਕਿਸੇ ਨੇ ਨਹੀਂ ਪੁੱਛਣਾ। ਪਰ ਮੈंने ਕਿਹਾ ਸੀ ਕਿ ਇੱਕ ਦਿਨ ਮੇਰਾ ਵੀ ਆਏਗਾ। ਅੱਜ ਤਾਂ ਮੈਂ ਮਿਹਨਤ ਕਰ ਰਿਹਾ ਕਿ ਇੱਕ ਦਿਨ ਮੇਰਾ ਵੀ ਆਏਗਾ ਜਿਹਦੇ ਵਿੱਚ ਦੁਨੀਆ ਯਾਦ ਰੱਖੇਗੀ, ਤੇ ਇੰਡੀਆ ਦਾ ਨਾਮ ਤੇ ਪਟਿਆਲੇ ਦਾ, ਪੰਜਾਬ ਦਾ ਨਾਮ ਮੈਂ ਰੋਸ਼ਨ ਕਰਾਂਗਾ। ਉਹੀ ਬਸ ਹੋਇਆ। ਲੋਕਾਂ ਦਾ ਐਡਾ ਪਿਆਰ ਮਿਲਿਆ। ਜਦ ਮੈਨੂੰ ਪਤਾ ਲੱਗਿਆ
ਕਿ ਇਹਦਾ ਕਿਤੇ ਬਾਹਰ ਹੈ ਹੀ ਨਹੀਂ। ਫਿਰ ਮੈंने ਇਹਨੂੰ ਸਰਚ ਕਰਿਆ ਕਿ ਮੈਂ ਦੇਖਾ ਕਿਤੇ ਕੋਈ ਹੋਰ ਵੀ ਹੈਗਾ। ਉਹ ਸਰਚਿੰਗ ਦੇ ਵਿੱਚ ਮੈਨੂੰ ਕੋਈ ਨਹੀਂ ਦਿਖਿਆ। ਫਿਰ ਮੈंने ਚੈਲੰਜ ਕਰਿਆ ਕਿ ਅਗਰ ਕੋਈ ਮੇਰੇ ਨਾਲ ਦਾ ਕੰਮ ਬਣਾਉਂਦਾ ਹੋਵੇ ਤਾਂ ਉਹਨੂੰ 1 ਲੱਖ ਰੁਪਏ ਦਾ ਇਨਾਮ। ਉਹਦੇ ਵਿੱਚ ਵੀ ਮੈਨੂੰ ਕੋਈ ਨਹੀਂ ਮਿਲਿਆ। ਫਿਰ ਮੈਨੂੰ ਅੱਗੇ ਸਾਬਤ ਕਰਨ ਵਾਸਤੇ ਜਦ ਮੈਨੂੰ ਵਰਲਡ ਰਿਕਾਰਡਸ ਮਿਲੇ ਤਦ ਮੇਰਾ ਸਾਬਤ ਹੋ ਗਿਆ ਕਿ ਇਹ ਇਕੱਲਾ ਕਰ ਰਿਹਾ। ਕਿਉਂਕਿ ਇਹ ਜਿਹੜੀ ਮਸ਼ੀਨ ਹੈਗੀ ਆਪਣੀ ਲੁਧਿਆਣੇ ਤੇ ਦਿੱਲੀ ਦੀ ਬਣੀ ਹੋਈ ਹੈ, ਲੋਕਲ ਮਸ਼ੀਨ ਹੈ ਜੋ ਪੁਰਾਣੀ ਹੈ, 50-100 ਸਾਲ ਤੋਂ ਲੋਕ ਬਣਾ ਰਹੇ ਆ। ਮੈਂ ਉਸੀ 'ਚ ਹੀ ਬਣਾ ਰਿਹਾ। ਇਹ ਨਹੀਂ ਕਿ ਮੈंने ਕੋਈ ਨਵੀਂ ਪ੍ਰੋਫੈਸ਼ਨ ਦੀ ਲਈ ਉਹਨੂੰ ਕੁਝ ਮੋਟੀਵੇਟ ਕਰਨਾ, ਨਹੀਂ ਕੁਝ ਨਹੀਂ ਕਰਿਆ ਉਸਨੂੰ। ਉਹ ਸਿਰਫ ਉੱਦਾਂ ਹੀ ਸਿੰਪਲ ਹੈ, ਸਿੰਗਲ ਸਿਲਾਈ ਲੱਗਦੀ ਰਹਿੰਦੀ ਹੈ ਤਾਂ ਮੈਂ ਕੰਮ ਕਰਦਾ ਰਹਿੰਦਾ। ਬਸ ਇਹ ਹੈ, ਇਹ ਇੱਕ ਭਗਤੀ ਹੈ, ਇੱਕ ਪਿਆਰ ਹੈ ਜਿਹੜਾ ਮੈਂ ਆਰਾਮ ਨਾਲ ਹੌਲੀ ਹੌਲੀ ਕਰਕੇ ਲੱਗਿਆ ਰਹਿੰਦਾ। ਅੱਛਾ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਪੂਰੀ ਦੁਨੀਆ ਦੇ ਭਰ ਦੇ ਵਿੱਚ ਸਿਰਫ ਅਰੁਣ ਬਜਾਜ ਹੈ ਜਿਹੜਾ ਇਹ ਕੰਮ ਕਰ ਰਿਹਾ ਹੈ ਔਰ ਤੁਸੀਂ ਬਹੁਤ ਸਾਰੇ ਵਰਲਡ ਰਿਕਾਰਡ ਵੀ ਬਣਾਏ ਹੈ। ਹੁਣ ਤੁਹਾਡਾ ਜਿਹੜਾ ਇਹ ਤਸਵੀਰਾਂ ਨੂੰ ਬਣਾਉਣ ਦਾ ਜਿਹੜਾ ਪੈਸ਼ਨ ਸੀ ਉਹਨੇ ਪ੍ਰੋਫੈਸ਼ਨ ਦਾ ਰੂਪ ਲੈ ਲਿਆ। ਕੀ ਤੁਹਾਨੂੰ ਜੋ ਵੀ ਹਰ ਬੰਦੇ ਦੀ ਜ਼ਰੂਰਤ ਹੈ ਜਿਹੜੀ ਉਹ ਪੈਸਾ ਹੁੰਦੀ ਹੈ ਪਰਿਵਾਰ ਚਲਾਉਣ ਲਈ, ਘਰ ਚਲਾਉਣ ਲਈ, ਸ਼ੌਂਕ ਪੂਰੇ ਕਰਨ ਲਈ, ਕੀ ਤੁਹਾਨੂੰ ਇਸ ਪ੍ਰੋਫੈਸ਼ਨ ਦੇ ਨਾਲ ਜੇ ਮੈਂ ਸਿੱਧੇ ਤੌਰ ਤੇ ਪੁੱਛਾਂ ਕਿ ਤੁਹਾਡਾ ਗੁਜ਼ਾਰਾ ਭੱਤਾ ਜਿਹੜਾ ਉਹ ਠੀਕ ਠਾਕ ਚੱਲ ਰਿਹਾ? ਹਾਂਜੀ, ਮੇਰੇ ਕੋਲ ਲੋਕਾਂ ਦੇ ਆਰਡਰਸ ਮਿਲਦੇ ਆ। ਮੈਂ ਪੋਰਟਰੇਟ ਬਣਾਉਣਾ, ਲੋਕਾਂ ਨੂੰ ਬਣਾ ਕੇ ਦੇਣਾ। ਮੈਨੂੰ ਲੋਕ ਆਪਣੀ ਫੈਮਿਲੀਜ਼ ਦੇ ਪੋਰਟਰੇਟ ਬਣਵਾਉਂਦੇ ਆ। ਬਾਹਰ ਦੇ ਬਹੁਤ ਹੈਗੇ ਆ। ਇਹ ਤਾਂ ਚਲੋ ਹੁਣ ਕਰੋਨਾ ਵਾਇਰਸ ਕਰਕੇ ਥੋੜੀ ਜੀ ਲੋਕਾਂ ਨੂੰ ਪ੍ਰੋਬਲਮਸ ਆ ਰਹੀਆਂ, ਬਾਹਰ ਵੀ ਸਾਰਾ ਬੰਦ ਹੋਇਆ ਪਿਆ, ਇਸ ਕਰਕੇ ਥੋੜਾ ਜਿਹਾ ਕੰਮ ਡਾਊਨ ਹੈ। ਨਹੀਂ ਤਾਂ ਮੇਰੇ ਕੋਲ ਲੋਕ ਬਹੁਤ ਹੈ ਜੋ ਮੇਰੇ ਕੋਲ ਬਣਵਾਉਂਦੇ ਆ। ਉਹਨਾਂ ਦਾ ਬਹੁਤ ਪਿਆਰ ਹੈ ਲੋਕਾਂ ਦਾ, ਮੇਰੇ ਕੋਲ ਕੰਮ ਚੱਲ ਰਿਹਾ। ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਵੀ ਤਸਵੀਰ ਬਣਾਈ ਹੈ, ਤੁਸੀਂ ਰਾਸ਼ਟਰਪਤੀ ਜੀ ਨੂੰ ਵੀ ਮਿਲੇ ਹੋ, ਤੁਹਾਨੂੰ ਸਨਮਾਨ ਵੀ ਮਿਲੇ ਆ। ਇਸ ਤੋਂ ਇਲਾਵਾ ਤੁਹਾਡੀ ਸਰਕਾਰੀ ਤੌਰ ਤੇ, ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਕੇਂਦਰ ਸਰਕਾਰ ਹੈ, ਸਰਕਾਰੀ ਤੌਰ ਤੇ ਤੁਹਾਡੀ ਕੋਈ ਮਦਦ ਵੀ ਮਿਲੀ ਹੈ ਤੁਹਾਨੂੰ? ਨਹੀਂ ਜੀ, ਮੈਨੂੰ ਮਦਦ ਅੱਜ ਤੱਕ ਨਹੀਂ ਮਿਲੀ। ਕਿਉਂਕਿ ਮੈਂ ਜਦ ਮੈਨੂੰ ਮੋਦੀ ਜੀ ਨਾਲ ਮੈਂ ਮਿਲਿਆ ਸੀ, ਉਹਨਾਂ ਨਾਲ ਮੁਲਾਕਾਤ ਹੋਈ, ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਸੀ ਕਿ ਮੈਂ ਕਰਾਂਗਾ। ਕਿਉਂਕਿ ਉਹਨਾਂ ਨੇ ਅੱਗੇ ਸਮ੍ਰਿਤੀ ਇਰਾਨੀ ਜੀ ਨਾਲ ਮੈਨੂੰ ਮਿਲਵਾਤਿਆ। ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਜ਼ਰੂਰ ਕਰਾਂਗੇ, ਪਰ ਅੱਗੇ ਉਹਨਾਂ ਨਾਲ ਮੁੜ ਕੇ ਦੁਬਾਰਾ ਮੁਲਾਕਾਤ ਨਹੀਂ ਹੋ ਪਾਈ ਕਿਸੇ ਕਾਰਨ ਪਿੱਛੋਂ। ਹੁਣ ਮੈਨੂੰ 3 ਤਰੀਕ ਨੂੰ ਮੈਨੂੰ ਰਾਸ਼ਟਰਪਤੀ ਅਵਾਰਡ ਮਿਲਿਆ। ਉਸ ਰਾਸ਼ਟਰਪਤੀ ਅਵਾਰਡ ਦੇ ਵਿੱਚ ਤੇ ਮੈंने ਇਹ ਚੀਜ਼ ਦੇਖੀ ਹੈ ਕਿ ਮੇਰੇ ਕੋਲੇ ਰਾਸ਼ਟਰਪਤੀ ਜੀ ਨੇ ਮੈਨੂੰ ਐਨੋਵੇਸ਼ਨ ਅਵਾਰਡ ਦਿੱਤਾ। ਐਨੋਵੇਸ਼ਨ ਅਵਾਰਡ ਉਹ ਹੁੰਦਾ ਹੈ ਕਿ ਮੈਂ ਵੱਖਰਾ ਵਿਲੱਖਣ ਕੰਮ ਕਰ ਰਿਹਾ ਤੇ ਕਿ ਇੰਡੀਆ ਦਾ ਨਾਮ ਮੈਂ ਪੂਰੀ ਦੁਨੀਆ 'ਚ ਰੋਸ਼ਨ ਕਰ ਰਿਹਾ। ਪਰ ਮੈਂ ਪਟਿਆਲੇ ਤੇ ਪੰਜਾਬ ਦਾ ਨਾਮ ਵੀ ਤਾਂ ਰੋਸ਼ਨ ਕਰ ਰਿਹਾ। ਇਹ ਮੇਰੀ ਸਰਕਾਰ ਨੂੰ ਵੀ ਤਾਂ ਚਾਹੀਦਾ ਹੈ, ਪੰਜਾਬ ਸਰਕਾਰ ਨੂੰ, ਕਿ ਮੇਰੀ ਹੈਲਪ ਕਰੀ ਜਾਵੇ। ਮੈਂ ਇਹਨਾਂ ਨੂੰ ਮਿਲਣ ਵੀ ਗਿਆ, ਮੈਂ ਇਹਨਾਂ ਨਾਲ ਮਿਲ ਕੇ ਦਰਖਾਸਤ ਵੀ ਕਰੀ ਹੈ ਕਿ ਮੈਂ ਇਸ ਆਰਟ ਨੂੰ ਅੱਗੇ ਸਿਖਾਉਣਾ ਚਾਹੁੰਦਾ, ਕਿ ਮੇਰੀ ਮਦਦ ਕਰੀ ਜਾਵੇ। ਮੈਨੂੰ ਜਾਂ ਤਾਂ ਜੌਬ ਦਿੱਤੀ ਜਾਵੇ ਜਾਂ ਮੈਨੂੰ ਜਗ੍ਹਾ ਦਿੱਤੀ ਜਾਵੇ ਕਿਤੇ, ਕਿ ਜਿੱਥੇ ਮੈਂ ਲੋਕਾਂ ਨੂੰ ਇਹ ਸਿਖਾ ਪਾਵਾਂ। ਪਰ ਅੱਜ ਤੱਕ ਮੈਨੂੰ ਆਪਣੀ ਸਰਕਾਰ ਵੱਲੋਂ ਕੋਈ ਸਪੋਰਟ ਨਹੀਂ ਹੈ। ਮੈਂ ਤਾਂ ਗੁਜ਼ਾਰਿਸ਼ ਕਰਦਾ ਕਿ ਜਿਹੜੀ ਮੈਂ ਇੰਨੀ ਮਿਹਨਤ ਕਰੀ ਹੈ, ਪੂਰੇ ਪਟਿਆਲੇ ਦਾ ਨਾਮ, ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰਿਆ, ਤੇ ਆਪਣੀ ਸਰਕਾਰ ਕੋਈ ਹੈਲਪ ਕਰੇ ਕਿ ਜਿਸ ਨੂੰ ਮੈਂ ਅੱਗੇ ਵਧਾ ਸਕਾਂ। ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਤੁਹਾਨੂੰ ਜਿਹੜੀ ਸਰਕਾਰੀ ਤੌਰ ਤੇ ਮਦਦ ਹੈ ਜਿਹੜੀ ਉਹ ਨਹੀਂ ਮਿਲੀ, ਤੁਸੀਂ ਸਰਕਾਰ ਕੋਲੋਂ ਕਿੱਦਾਂ ਦੀ ਮਦਦ ਚਾਹੁੰਦੇ ਹੋ ਕਿ ਸਰਕਾਰ ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਕਰੇ? ਕੀ ਤੁਸੀਂ ਮੰਗ ਰੱਖੀ ਹੈ ਸਰਕਾਰ ਦੇ ਕੋਲੋਂ ਹੁਣ ਤੱਕ? ਜੀ, ਮੈंने ਸਰਕਾਰ ਨੂੰ ਇਹੀ ਕਿਹਾ ਸੀ ਕਿ ਮੈਨੂੰ ਕੋਈ ਇੰਸਟੀਚਿਊਟ ਦੀ ਜਗ੍ਹਾ ਦਿੱਤੀ ਜਾਵੇ ਜਿੱਥੇ ਮੈਂ ਅੱਗੇ ਇਹਨੂੰ ਸਿਖਾ ਪਾਵਾਂ। ਨਹੀਂ ਤਾਂ ਇਹ ਖਤਮ ਹੋ ਜਾਏਗਾ ਕੰਮ, ਕਿਉਂਕਿ ਬਣਾ ਮੈਂ ਇਕੱਲਾ ਰਿਹਾ। ਇਸ ਨੂੰ ਅੱਗੇ ਵਧਾਉਣ ਵਾਸਤੇ ਦੇਖੋ, ਮੈਂ ਆਪਣੇ ਘਰ ਪੱਖੋਂ ਇੰਨਾ ਜ਼ਿਆਦਾ ਉਹ ਨਹੀਂ ਸੀ, ਇੰਨਾ ਜ਼ਿਆਦਾ ਅਮੀਰ ਨਹੀਂ ਸੀ ਮੈਂ, ਕਿਉਂਕਿ ਮੈਂ ਆਪਣੇ ਘਰ ਦੇ ਵਿੱਚ ਐਡੀ ਮਿਹਨਤ ਕਰੀ ਹੈ। ਉਹਦੇ ਵਿੱਚ ਮੈਂ ਦਾਣਾ ਜੋੜ ਕੇ ਮੈਂ ਉਰੇ ਤੱਕ ਪਹੁੰਚਿਆ। ਜਿੰਨੀ ਮੇਰੀ ਪੂੰਜੀ ਸੀ, ਮੈंने ਲੋਨ ਵੀ ਲਏ, ਵਿਆਜ 'ਤੇ ਵੀ ਪੈਸੇ ਫੜੇ, ਉਹ ਮੈਂ ਇਸ ਕੰਮ ਦੇ ਵਿੱਚ ਇਨਵੈਸਟ ਕਰਤੇ। ਇਸ ਇਨਵੈਸਟ ਕਰਨ ਤੋਂ ਬਾਅਦ ਮੇਰੇ ਕੋਲ ਤਾਂ ਇੰਨਾ ਕੁਝ ਬਚਿਆ ਨਹੀਂ, ਕਿਉਂਕਿ ਜਿਸ ਫੋਟੋ ਨੂੰ ਤੁਸੀਂ 2-3 ਮਹੀਨੇ, 6 ਮਹੀਨੇ, 3 ਸਾਲ ਬਣਾਓਗੇ, ਉਹਦੇ ਵਿੱਚ ਤੁਸੀਂ ਆਪ ਕੀ ਕਮਾਓਗੇ ਤੇ ਆਪ ਕੀ ਖਾਓਗੇ। ਪਰ ਮੈਂ ਬਣਾਉਂਦਾ ਰਿਹਾ, ਕਿਉਂਕਿ ਉਹ ਮੈਂ ਟਾਈਮ ਦੇਖਦਾ ਸੀ ਕਿ ਚਲੋ ਮੈਨੂੰ ਇਹ ਸੀ ਕਿ ਜਦ ਕਹਿੰਦੇ ਆ ਨਾ ਨਾਮ ਹੋ ਜਾਂਦਾ ਤਾਂ ਫਿਰ ਪੈਸਾ ਆਪਣੇ ਆਪ ਹੀ ਆਉਣ ਲੱਗ ਜਾਂਦਾ ਹੁੰਦਾ ਹੈ। ਇੱਕ ਹੈਗੀ ਇਹ ਗੱਲ। ਪਰ ਮੈਂ ਜਦ ਲੱਗਿਆ, ਮੈਨੂੰ ਸਰਕਾਰਾਂ ਵੱਲੋਂ ਸਪੋਰਟ ਹੀ ਨਹੀਂ ਮਿਲੀ। ਮੈਂ ਕੈਪਟਨ ਸਾਹਿਬ ਨੂੰ ਵੀ ਮਿਲ ਕੇ ਆਇਆ, ਉਹਨਾਂ ਨੂੰ ਵੀ ਮੈंने ਦਰਖਾਸਤ ਕਰੀ। ਪਰ ਮੈਂ ਚਾਹੁੰਦਾ ਕਿ ਮੇਰੀ ਜਿਹੜੀ ਮਜਬੂਰੀ ਹੈ ਉਹ ਸਮਝੀ ਜਾਵੇ, ਕਿ ਇਸ ਆਰਟ ਨੂੰ ਮੈਂ ਅੱਗੇ ਵੀ ਸਿਖਾ ਪਾਵਾਂ ਤੇ ਮੈਂ ਵੀ ਕਹਿ ਪਾਵਾਂ ਕਿ ਮੈਨੂੰ ਰਾਸ਼ਟਰਪਤੀ ਅਵਾਰਡ ਤਾਂ ਮਿਲਿਆ, ਪਰ ਮੈਨੂੰ ਪੰਜਾਬ ਗਵਰਨਮੈਂਟ ਵੱਲੋਂ ਕੁਝ ਨਹੀਂ ਮਿਲਿਆ, ਨਾ ਕੋਈ ਅਵਾਰਡ, ਨਾ ਕੋਈ ਚਾਰਜ, ਨਾ ਕੋਈ ਪੈਸਾ। ਤੁਸੀਂ ਦੱਸਿਆ ਕਿ ਤੁਹਾਨੂੰ ਪੰਜਾਬ ਗਵਰਨਮੈਂਟ ਵੱਲੋਂ ਆ ਜਿਹੜਾ ਉਹ ਕੋਈ ਅਵਾਰਡ ਨਹੀਂ ਮਿਲਿਆ, ਕੋਈ ਪੈਸਾ ਨਹੀਂ ਮਿਲਿਆ, ਔਰ ਉਸ ਦੇ ਬਾਵਜੂਦ ਤੁਸੀਂ ਕਿਹਾ ਕਿ ਬਹੁਤ ਸਾਰੇ ਪੈਸੇ ਲੱਗਦੇ ਆ ਕਿ ਤੁਸੀਂ ਇਹਨੂੰ ਆਪਣੇ ਸ਼ੌਂਕ ਨੂੰ ਲਗਾਤਾਰ ਜਾਰੀ ਰੱਖਿਆ, ਔਰ ਤੁਹਾਡਾ ਨਾਮ ਬਣ ਚੁੱਕਿਆ ਹੁਣ। ਤੁਸੀਂ ਜਿਸ ਤਰ੍ਹਾਂ ਤੁਸੀਂ ਆਪੇ ਕਿਹਾ ਕਿ ਜਦੋਂ ਨਾਮ ਬਣਦਾ ਤਾਂ ਪੈਸਾ ਵੀ ਬਣ ਜਾਂਦਾ, ਉਹ ਨਾਮ ਤੁਹਾਡਾ ਬਣ ਚੁੱਕਿਆ ਹੈ। ਕਿ ਜੋ ਤੁਸੀਂ ਸੋਚਿਆ ਸੀ ਉਸ ਮੁਕਾਮ ਤੱਕ ਪੈਸੇ ਵੱਲੋਂ ਅਰੁਣ ਬਜਾਜ ਪਹੁੰਚ ਗਿਆ ਜਾਂ ਨਹੀਂ? ਦੇਖੋ ਜੀ, ਜਿਸ ਹਿਸਾਬ से मैंने ਉਮੀਦ ਰੱਖੀ ਸੀ, ਕਿਉਂਕਿ ਇਸ ਟਾਈਮ ਪ੍ਰੋਬਲਮਸ ਹੀ ਇੰਨੀਆਂ ਆ ਰਹੀਆਂ, ਕਦੀ ਕੁਛ ਕਦੀ ਕੁਛ, ਉਹਦੇ ਕਰਕੇ ਅੱਗੇ ਵਧਣ ਤੋਂ ਰੋਕ ਮਿਲ ਜਾਂਦੀ ਹੈ। ਜਦ ਬੰਦਾ ਕੋਈ ਅੱਗੇ ਵਧਣ ਲੱਗਦਾ ਤਾਂ ਅੱਗੇ ਰੋਕ ਲੱਗ ਜਾਂਦੀ ਹੁੰਦੀ ਹੈ। ਇਹਦੇ ਵਿੱਚ ਮੈਂ ਚਾਹੁੰਦਾ ਕਿ ਅਗਰ ਮੇਰੀ ਮਦਦ ਹੋ ਜੇ ਤਾਂ ਮੈਂ ਅੱਗੇ ਇਸ ਨੂੰ ਹੋਰ ਅੱਗੇ ਵਧਾ ਸਕਾਂ। ਨਹੀਂ ਤਾਂ ਮੈਂ ਤਾਂ ਇਸ ਕੰਮ ਨੂੰ ਹੁਣ ਬੰਦ ਕਰਨ ਦੇ ਵਿੱਚ ਸੋਚ ਰਿਹਾ ਸੀ, ਕਿਉਂਕਿ ਮੇਰਾ ਮਾਈਂਡ ਹੀ ਇੰਨਾ ਜ਼ਿਆਦਾ ਉਹ ਹੋ ਗਿਆ ਕਿ ਮੈਂ ਹੁਣ ਘਰਦਿਆਂ ਨੂੰ ਕਮਾ ਕੇ ਖਿਲਾਵਾਂ ਜਾਂ ਕਿਵੇਂ ਕਰਾਂ। ਕਿਉਂਕਿ ਬਾਹਰ ਵੀ ਇਸ ਟਾਈਮ ਤੁਹਾਨੂੰ ਪਤਾ ਕਿੰਨਾ ਜ਼ਿਆਦਾ ਇਸ ਦਾ ਉਹ ਚੱਲ ਰਿਹਾ, ਕਰੋਨਾ ਵਾਇਰਸ ਦਾ ਪ੍ਰਕੋਪ ਚੱਲ ਰਿਹਾ। ਪਰ ਜਦ ਮਦਦ ਹੀ ਨਹੀਂ ਹੋਏਗੀ, ਜੋ ਆਰਥਿਕ ਮਦਦ ਹੀ ਨਹੀਂ ਸਰਕਾਰ ਕਰਕੇ ਸਪੋਰਟ ਦੇਗੀ, ਤੇ ਐਨੋਵੇਸ਼ਨ ਕੌਣ ਕਰੇਗਾ?
ਜਦ ਆਪਾਂ ਇਨੋਵੇਸ਼ਨ ਕਰਦੇ ਹਾਂ, ਆਪਾਂ ਚਾਹੁੰਦੇ ਹਾਂ ਕਿ ਆਪਾਂ ਆਪਣੇ ਸੂਬੇ ਦਾ ਨਾਮ ਰੋਸ਼ਨ ਕਰੀਏ, ਪਰਿਵਾਰ ਦਾ ਨਾਮ ਰੋਸ਼ਨ ਕਰੀਏ, ਪਰ ਮੈਂ ਜਿਹੜਾ ਬੰਦਾ ਕਰਦਾ ਹੈ ਤਾਂ ਉਹਨੂੰ ਸਰਕਾਰ ਕੀ ਦਿੰਦੀ ਹੈ? ਕੁਛ ਨਹੀਂ। ਸਰਕਾਰ ਦਾ ਇੰਨਾ ਵੀ ਨਹੀਂ ਹੋਇਆ ਕਿ ਮੋਢੇ 'ਤੇ ਹੱਥ ਰੱਖ ਕੇ ਸ਼ਾਬਾਸ਼ ਦੇ ਦਿੱਤੇ ਕਿ ਬੇਟਾ ਬਹੁਤ ਵਧੀਆ ਕੰਮ ਕਰ ਰਿਹਾ, ਉਹ ਵੀ ਨਹੀਂ ਹੁਣ ਤੱਕ ਮਿਲੀ। ਮੈਨੂੰ ਤਾਂ ਸਰਕਾਰ ਵੱਲੋਂ ਇਹ ਹੈ ਕਿ ਅਗਰ ਉਹ ਮਦਦ ਕਰ, ਦੂਸਰੀ ਸਟੇਟ 'ਚ ਅਗਰ ਆਪਾਂ ਜਾਂਦੇ ਹਾਂ, ਅਗਰ ਮੈਂ ਪਟਿਆਲਾ ਛੱਡ ਕੇ ਮੈਂ ਕਿਤੇ ਹੋਰ ਸਟੇਟ 'ਚ ਚਲਾ ਜਾਂਦਾ, ਉਧਰ ਵੱਲੋਂ ਮੈਨੂੰ ਸਭ ਕੁਝ ਦਿੰਦੇ ਆ, ਤਾਂ ਫਿਰ ਮੈਂ ਜਾਵਾਂਗਾ ਨਹੀਂ। ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣਾ ਪਟਿਆਲਾ ਛੱਡ ਕੇ ਮੈਂ ਕਿਤੇ ਹੋਰ ਸਟੇਟ 'ਚ ਜਾਵਾਂ, ਕਿ ਹੋਰ ਸਟੇਟ ਵਾਲੇ ਜੌਬ ਵੀ ਦੇਣਗੇ, ਸਭ ਕੁਝ ਕਰਨਗੇ, ਪਰ ਮੈਂ ਜਿਸ ਜਗ੍ਹਾ ਦੇ ਉੱਪਰ ਜੰਮਿਆ ਪਲਿਆ, ਜਿੱਥੇ ਰਿਹਾ ਹੋਇਆ, ਮੈਂ ਤਾਂ ਇਹਨਾਂ ਨੂੰ ਗੁਜ਼ਾਰਿਸ਼ ਕਰ ਸਕਦਾ, ਕਿਉਂਕਿ ਕਹਿੰਦੇ ਆ ਕਿ ਜਿਹੜਾ ਬੰਦਾ ਮਿਹਨਤ ਕਰਦਾ ਹੈ ਉਹਨੂੰ ਫਲ ਤਾਂ ਲੱਗਦਾ ਹੀ ਹੈ। ਮੈਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ, ਜਿੰਨਾ ਮੈਨੂੰ, ਮੈਂ ਇਸ ਟਾਈਮ ਚੱਲ ਰਿਹਾ, ਮੈਂ ਲੋਕਾਂ ਦੇ ਖਰਚੇ ਨਾਲ ਹੀ ਚੱਲ ਰਿਹਾ, ਕਿ ਜਿਹੜਾ ਮੈਨੂੰ ਕੋਈ ਖਰਚਾ, ਕੋਈ ਫੋਟੋ ਆ ਜਾਂਦੀ ਹੈ ਮੈਂ ਬਣਾ ਕੇ ਦੇ ਦਿੰਦਾ, ਪਰ 6-6 ਮਹੀਨੇ ਬਾਅਦ, ਸਾਲ ਬਾਅਦ ਅਗਰ ਆਰਡਰ ਆਉਂਦਾ ਉਹਦੇ ਵਿੱਚ ਕਿੱਡਾ ਖਰਚਾ ਤੁਸੀਂ ਚਲਾ ਲਓਗੇ। ਇਹਦੇ ਵਿੱਚ ਮਦਦ ਚਾਹੁੰਦਾ ਮੈਂ ਸਰਕਾਰ ਦੀ, ਕਿ ਸਰਕਾਰ ਹੈਲਪ ਕਰੇ ਕਿ ਮੈਂ ਇਸ ਨੂੰ ਅੱਗੇ ਵੀ ਲੋਕਾਂ ਨੂੰ ਸਿਖਾ ਪਾਵਾਂ ਤੇ ਅੱਗੇ ਆਪਣਾ ਪਰਿਵਾਰ ਵੀ ਚਲਾ ਪਾਵਾਂ ਤੇ ਹੋਰਾਂ ਦੇ ਵੀ ਪਰਿਵਾਰ ਚਲਾ ਪਾਵਾਂ। ਤੁਸੀਂ ਦੱਸਿਆ ਕਿ ਤੁਹਾਨੂੰ ਜਿਹੜੀ ਵਿੱਤੀ ਮਦਦ ਨਹੀਂ ਮਿਲੀ, ਪਰ ਤੁਹਾਨੂੰ ਜਿਹੜੇ ਇਨਾਮ ਮਿਲੇ ਆ ਕੇਂਦਰ ਸਰਕਾਰ ਵੱਲੋਂ, ਉਹ ਸਿਰਫ ਮੋਮੈਂਟੋਜ਼ ਮਿਲੇ ਆ ਜਾਂ ਉਹਨਾਂ ਨੇ ਕੋਈ ਵਿੱਤੀ ਮਦਦ ਵੀ ਜਿਹੜੀ ਉਹ ਕੀਤੀ ਹੈ? ਦੇਖੋ ਜੀ, ਅਵਾਰਡ ਮੈਂ ਤੁਸੀਂ ਦਿਖਾਵਾਂਗੇ, ਤੁਹਾਨੂੰ ਅਵਾਰਡ ਦੇਖ ਹੀ ਰਹੇ ਹੋ, ਅਵਾਰਡ ਤਾਂ ਬਹੁਤ ਹੈ, ਸਰਟੀਫਿਕੇਟ ਬਹੁਤ ਪਏ ਹੋਏ ਆ, ਸਿਰਫ ਉਹਨਾਂ ਨੇ ਐਪਰੀਸ਼ੀਏਸ਼ਨਸ ਮਿਲਦੀਆਂ, ਉੱਥੋਂ ਕੋਈ ਪੈਸਾ ਜਾਂ ਕੋਈ ਖਰਚਾ ਕੁਝ ਨਹੀਂ ਮਿਲਦਾ ਹੁੰਦਾ। ਵਰਲਡ ਰਿਕਾਰਡ ਦੇ ਵਿੱਚ ਵੀ ਕੁਝ ਨਹੀਂ ਮਿਲਦਾ, ਤੁਹਾਨੂੰ ਆਪਣੇ ਪੱਲੋਂ ਹੀ ਲਾਣੇ ਪੈਂਦੇ ਆ। ਇੱਕ ਤਾਂ ਤੁਹਾਡੇ ਅੰਦਰ ਕਾਬਲੀਅਤ ਹੋਵੇ, ਇੱਕ ਤੁਸੀਂ ਉਹਦੀ ਫੀਸ ਵੀ ਭਰਦੇ ਹੋ, ਜਿਹੜੀ ਮੋਮੈਂਟੋ ਦੀ ਫੀਸ ਹੁੰਦੀ ਉਹ ਵੀ ਤੁਹਾਡੀ ਹੁੰਦੀ ਹੈ, ਸਰਟੀਫਿਕੇਟ ਦੀ ਫੀਸ ਵੀ ਤੁਹਾਡੀ ਹੁੰਦੀ ਹੈ, ਤੇ ਜਿਹੜਾ ਮਰਜ਼ੀ ਅਵਾਰਡ ਲੈ ਲਓ ਤੁਸੀਂ। ਮਤਲਬ ਜਿੰਨੇ ਤੁਸੀਂ ਸਰਟੀਫਿਕੇਟ ਲਏ ਆ ਜਾਂ ਤੁਹਾਨੂੰ ਸਰਕਾਰ ਵੱਲੋਂ ਮੋਮੈਂਟੋਜ਼ ਮਿਲੇ ਆ, ਉਹਦੇ ਪੈਸੇ ਤੁਸੀਂ ਪੇ ਕੀਤੇ? ਸਾਰੇ ਪੇ ਕਰਦੇ ਆ, ਕਿਉਂਕਿ ਫੀਸ ਹੁੰਦੀ ਹੈ ਉਹਨਾਂ ਦੀ, ਚਾਰजेस ਫੀਸ ਹੁੰਦੇ ਆ। 2500, 3000, 3500 ਯੂਨੀਕ ਵਰਲਡ ਰਿਕਾਰਡ ਦੋ ਮਿਲੇ ਹੋਏ ਆ। 12000 ਇੱਕ ਦਾ ਸੀ, 6-6000 ਰੁਪਏ ਦਿੱਤਾ ਦੋ ਜਾਣਿਆਂ ਦਾ। ਹਰ ਇੱਕ ਚੀਜ਼ ਦੇ ਪੈਸੇ ਆ, ਇੰਡੀਆ ਬੁੱਕ ਆਫ ਰਿਕਾਰਡ ਦੇ ਪੈਸੇ ਆ, ਲਿਮਕਾ ਬੁੱਕ ਆਫ ਰਿਕਾਰਡ ਦੇ, ਹਰ ਇੱਕ ਚੀਜ਼ ਦਾ ਪੈਸਾ ਹੈ। ਤੁਸੀਂ ਪੈਸੇ ਦੋਗੇ, ਤੁਹਾਡੇ ਪੈਸੇ ਦੀ ਅਮਾਊਂਟ ਮੋਮੈਂਟੋ ਆਏਗਾ। ਇੱਕ ਤੁਹਾਡੇ ਅੰਦਰ ਕਾਬਲੀਅਤ, ਇੱਕ ਤੁਹਾਡਾ ਹੀ ਪੈਸਾ। ਇੱਕ ਸਰਕਾਰ ਕੋਲੋਂ ਜਾਂਦੇ ਆ, ਉੱਥੋਂ ਵੀ ਤੁਹਾਨੂੰ ਕੀ ਮਿਲੇਗਾ? ਸਰਟੀਫਿਕੇਟ, ਐਪਰੀਸ਼ੀਏਸ਼ਨ ਲਓ ਤੇ ਉਹਨੂੰ ਆਪਣੇ ਘਰ ਜਾ ਕੇ ਫਰੇਮ ਬਣਵਾ ਕੇ ਲਟਕਾ ਲਓ, ਪਰ ਮਦਦ ਕੋਈ ਨਹੀਂ। ਅਰੁਣ ਬਜਾਜ ਜਿੱਥੇ ਪਹੁੰਚਣਾ ਚਾਹੁੰਦੇ ਸੀ ਉੱਥੇ ਪਹੁੰਚ ਚੁੱਕੇ ਆ ਜਾਂ ਅਜੇ ਉਹਨਾਂ ਦਾ ਜਿਹੜਾ ਮੁਕਾਮ ਹੈ ਉਹ ਬਾਕੀ ਹੈ? ਦੇਖੋ ਜੀ, ਪਹੁੰਚਣ ਦੀ ਤਾਂ ਗੱਲ ਇਹ ਹੈ, ਜਿੱਥੇ ਤੱਕ ਪਰਮਾਤਮਾ ਨੇ ਮੈਨੂੰ ਉਰੇ ਤੱਕ ਪਹੁੰਚਾਇਆ, ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਦੋਸਤਾਂ ਦਾ, ਜਿਹੜੇ ਮੈਨੂੰ, ਮੇਰੇ ਜਿਹੜੇ ਸਰੋਤੇ ਆ, ਮੈਨੂੰ ਦੇਖ ਰਹੇ ਆ, ਉਹਨਾਂ ਦਾ ਬਹੁਤ ਪ੍ਰੇਮ ਹੈ। ਅੱਜ ਮੈਨੂੰ ਜੋ ਲੈ ਕੇ ਆਏ ਆ ਉਰੇ ਤੱਕ, ਉਹਨਾਂ ਦੇ ਹੌਸਲੇ ਸਦਕੇ ਹੀ ਮੈਂ ਕੰਮ ਕਰ ਰਿਹਾ, ਕਿਉਂਕਿ ਵਿੱਚ ਮੈਂ ਕੋਈ ਨਾ ਕੋਈ ਮੈਨੂੰ ਆਰਡਰ ਮਿਲ ਜਾਂਦਾ, ਮੈਂ ਬੈਠ ਕੇ ਬਣਾ ਲੈਣਾ, ਜਿਹੜਾ ਮੈਂ ਆਪਣੇ ਘਰ ਦਾ ਖਰਚਾ ਚਲਾ ਰਿਹਾ। ਅਗਰ ਮੈਨੂੰ ਲੋਕ ਨਾ ਪਿਆਰ ਕਰਦੇ, ਅੱਜ ਮੈਨੂੰ ਉਰੇ ਨਾ ਪਹੁੰਚਾਉਂਦੇ, ਤਾਂ ਮੇਰੀ ਹਿੰਮਤ ਤੱਕ ਅੱਧੀ ਜਵਾਬ ਦੇਗੀ ਸੀ, ਕਿਉਂਕਿ ਮੇਰੇ ਜਿਹੜੇ ਅਵਾਰਡ ਹੈ ਸਾਰਿਆਂ ਦੇ ਵਿੱਚ ਮਿੱਟੀ ਜੰਮੀ ਹੋਈ ਹੈ, ਸਰਟੀਫਿਕੇਟਾਂ ਦੇ ਉੱਪਰ ਮਿੱਟੀ ਕੱਟਾ ਜੰਮਿਆ ਹੋਇਆ, ਉਹਨੂੰ ਮੈਨੂੰ ਚੱਕਣ ਨੂੰ ਵੀ ਦਿਲ ਨਹੀਂ ਕਰਦਾ। ਆ ਵਰਲਡ ਰਿਕਾਰਡ ਦੇਖੋ, ਲੋਕ ਮੈਨੇ ਇਸ ਨੂੰ ਫਰੇਮ ਵੀ ਨਹੀਂ ਕਰਵਾ ਪਾ ਰਿਹਾ। ਇਹ ਯੂਨੀਕ ਵਰਲਡ ਰਿਕਾਰਡ ਹੈ ਜਿਹਨੂੰ ਦੁਨੀਆ ਲੈਣ ਲਈ ਤਰਸਦੀ ਹੈ। ਆ ਦੇਖੋ ਮੇਰੇ ਫਟ ਗਏ, ਮੈਂ ਇਹਨਾਂ ਨੂੰ ਫਰੇਮ ਵੀ ਨਹੀਂ ਕਰਵਾ ਪਾ ਰਿਹਾ। ਉਹ ਕਿਉਂ? ਕਿਉਂਕਿ ਬੰਦੇ ਦੇ ਅੰਦਰੋਂ ਜਿਹੜਾ ਚੀਜ਼ ਨੂੰ ਅੱਗੇ ਹਾਸਲ ਕਰਨ ਦਾ ਹੁੰਦਾ ਨਾ, ਉਹ ਟੁੱਟ ਜਾਂਦਾ ਹੁੰਦਾ, ਕਿਉਂਕਿ ਜਦ ਉਹਨੂੰ ਅੱਗੋਂ ਸਪੋਰਟ ਨਹੀਂ ਮਿਲਦੀ। ਬੰਦਾ ਕਹਿੰਦਾ ਕਿ ਕੋਈ ਬੰਦਾ ਕਾਮਯਾਬ ਹੋਵੇ ਤਾਂ ਸਰਕਾਰ ਉਹਦਾ ਸਾਥ ਦਿੰਦੀ ਹੈ। ਹੁਣ ਪੂਰੇ ਵਰਲਡ ਦੇ ਵਿੱਚ ਇਕੱਲਾ ਤੋਂ ਇਸ ਤੋਂ ਜ਼ਿਆਦਾ ਕਾਮਯਾਬ ਤਾਂ ਦੱਸੋ ਮੈਂ ਕੀ ਹੋਵਾਂਗਾ? ਪਹਿਲਾਂ ਆਪਣਾ ਕੰਮ ਨੂੰ ਪੇਟੈਂਟ ਕਰਵਾਇਆ, ਦਾ ਨੀਡਲਮੈਨ ਨਾਮ ਪੇਟੈਂਟ ਕਰਵਾਇਆ। ਉਹ ਸਾਰਾ ਕਿੱਦਾਂ ਪੇਟੈਂਟ ਕਰਵਾਇਆ? ਵਿਆਜ ਫੜ ਕੇ, ਬੈਂਕ 'ਚੋਂ ਲੋਨ ਲੈ ਕੇ, ਤਾਂ ਜਾ ਕੇ ਉਰੇ ਤੱਕ ਪਹੁੰਚਿਆ। ਹੁਣ ਜਦ ਮੈਨੂੰ ਅੱਗੇ ਕੋਈ ਸਪੋਰਟ ਹੀ ਨਹੀਂ ਮਿਲੇਗੀ ਤਾਂ ਫਿਰ ਮੈਂ ਅੱਗੇ ਕੀ ਵਧਾਂਗਾ? ਜਦ ਇੱਕ ਇੰਨਾ ਹੁੰਦਾ ਕਿ ਮਰਿਆ ਹਾਥੀ ਲੱਖ ਰੁਪਏ ਦਾ, ਜਿੰਦਾ ਹਾਥੀ ਕੱਖ ਰੁਪਏ ਦਾ, ਉਹ ਕੰਮ ਨਾ ਹੋ ਜੇ ਮੈਨੂੰ ਜਿੱਥੇ ਤੱਕ ਲੱਗਦਾ, ਕਿਉਂਕਿ ਉਸ ਤੋਂ ਬਾਅਦ ਹਰ ਕੋਈ ਕਹੇਗਾ ਹਾਂਜੀ ਕਰਨ ਨੂੰ ਬਜਾਜ ਹੁੰਦਾ ਸੀ, ਜਿਹੜਾ ਚੀਜ਼ ਕਰਦਾ ਸੀ, ਪਰ ਜਦ ਬੰਦਾ ਕੋਲ ਹੁੰਦਾ ਉਸ ਨੂੰ ਕੋਈ ਨਹੀਂ ਸੰਭਾਲਦਾ। ਮੇਰੇ ਕਹਿਣ ਦਾ ਭਾਵ ਇਹ ਹੈ, ਕਿਉਂਕਿ ਇਸ ਟਾਈਮ ਇੰਨਾ ਜ਼ਿਆਦਾ ਟੁੱਟੇ ਪਏ ਆ, ਕਿਉਂਕਿ ਦੇਖੋ ਹੁਣ 3 ਮਹੀਨੇ 4 ਮਹੀਨੇ ਤੋਂ ਬਾਹਰ ਵੀ ਨਹੀਂ ਨਿਕਲ ਪਾਏ, ਨਾ ਕੋਈ ਕੰਮ ਹੈ ਨਾ ਕੁਛ ਹੈ। ਹੁਣ ਅਗਰ ਸਰਕਾਰ ਵੀ ਇਸ ਟਾਈਮ ਦੇ ਵਿੱਚ ਸਪੋਰਟ ਨਹੀਂ ਕਰੇਗੀ ਤਾਂ ਅਸੀਂ ਕਿੱਥੇ ਜਾਵਾਂਗੇ? ਅੱਛਾ, ਕਰੋਨਾ ਮਹਾਮਾਰੀ ਦੇ ਦੌਰਾਨ ਲਾਕਡਾਊਨ ਰਿਹਾ, ਇੱਥੇ ਕਰਫਿਊ ਲੱਗਿਆ ਰਿਹਾ, ਇਹਦੇ ਨਾਲ ਜਿਹੜਾ ਤੁਹਾਡੇ ਬਿਜ਼ਨਸ ਤੇ ਕਿੰਨਾ ਕੁ ਫਰਕ ਪਿਆ? ਬਿਜ਼ਨਸ ਤੇ ਸਰ ਬਹੁਤ ਜ਼ਿਆਦਾ ਫਰਕ ਪਿਆ, ਕਿਉਂਕਿ ਕੋਈ ਹੁਣ ਆਰਡਰ ਹੀ ਨਹੀਂ ਹੈ। ਮੈਂ ਹੁਣ 5-6 ਮਹੀਨੇ ਤੋਂ ਕੋਈ ਆਰਡਰ ਹੀ ਨਹੀਂ ਬਣਾਇਆ, ਮੇਰੇ ਕੋਲ ਰੁਪਈਏ ਦਾ ਵੀ ਕੰਮ ਨਹੀਂ ਆਇਆ, ਕਿਉਂਕਿ ਮੇਰੇ ਕੋਲ ਅਕਾਊਂਟ 'ਚ ਵੀ ਕੋਈ ਚਾਰजेस ਨਹੀਂ, ਕੋਈ ਪੈਸਾ ਨਹੀਂ ਹੈ। ਜਿਹੜੇ ਮਾੜੇ ਮੋਟੇ ਕਰੀ ਸੀ, ਮਿਹਨਤ ਕਰਕੇ ਜੋੜੇ ਸੀ, ਉਹ ਖਾ ਲਏ, ਹੁਣ ਹੈ ਹੀ ਨਹੀਂ ਕੋਈ ਪੈਸਾ, ਕਿਉਂਕਿ ਲੋਕ ਆਪਣੇ ਉਸ 'ਤੇ ਦੇਖ ਰਹੇ ਹੈ, ਉਹ ਖਰਚਾ ਕਿੱਥੋਂ ਕਰਨਗੇ ਪੋਰਟਰੇਟ ਬਣਵਾਉਣ ਦਾ? ਅਗਲਾ ਕਹਿੰਦਾ ਥੋੜਾ ਦੇਰ ਰੁੱਕ ਕੇ ਕਰ ਲਾਂਗੇ ਜਾਂ ਥੋੜਾ ਉਹ ਹੋ ਜਾਏਗਾ। ਕੁਝ ਲੋਕ ਪੈਸਾ ਖਰਚ ਵੀ ਨਹੀਂ ਰਹੇ, ਅਗਲੇ ਕਹਿੰਦੇ ਕੱਲ ਪਤਾ ਨਹੀਂ ਫਿਰ ਲੱਗ ਜਾਏ ਕਿਤੇ, ਫਿਰ ਕੀ ਕਰਾਂਗੇ? ਇਸ ਕਰਕੇ ਅਸੀਂ, ਸਾਡੇ ਵਰਗਿਆਂ ਦਾ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ। ਤਾਂ ਹੀ ਤਾਂ ਸਰਕਾਰ ਨੂੰ ਗੁਜ਼ਾਰਿਸ਼ ਕਰ ਰਹੇ ਹਾਂ ਕਿ ਕੁਝ ਹੈਲਪ ਕਰੀ ਜਾਵੇ, ਕਿ ਜਿਹੜਾ ਬੰਦਾ ਇੰਨੀ ਦੂਰ ਤੱਕ ਪਹੁੰਚਿਆ, ਮੈਂ ਤਾਂ ਚਲੋ ਇੱਕ ਇਕੱਲਾ ਬਣਾ ਰਿਹਾ, ਮੈਂ ਇੰਨੀ ਜ਼ਿਆਦਾ ਉਹ ਮੰਗ ਰਿਹਾ, ਤੇ ਜਿਹੜੇ ਲੋਕ ਲੱਖਾਂ ਕਰੋੜਾਂ ਬੰਦੇ ਆ, ਪੇਂਟਰਸ ਹੈ, ਆਰਟਿਸਟ ਹੈ, ਹੋਰ ਹੈ, ਉਹਨਾਂ ਦਾ ਕੀ ਹੋਏਗਾ ਜਿਹੜਾ ਮੇਰੇ ਇਕੱਲੇ ਦਾ ਹੀ ਨਹੀਂ ਹੋ ਰਿਹਾ, ਜਿਹੜਾ ਬੰਦਾ ਵਰਲਡ ਦੇ ਵਿੱਚ ਇਕੱਲਾ ਬਣਾ ਰਿਹਾ? ਸੋਚਣ ਵਾਲੀ ਗੱਲ ਹੈ। ਸਰਕਾਰਾਂ ਨੂੰ ਮੈਂ ਤਾਂ ਗੁਜ਼ਾਰਿਸ਼ ਕਰਦਾ ਕਿ ਸਾਡੀ ਹੈਲਪ ਕਰੀ ਜਾਵੇ ਤੇ ਸਾਨੂੰ ਅੱਗੇ ਹੌਸਲਾ ਦਿੱਤਾ ਜਾਵੇ ਕਿ ਮੈਂ ਇਸ ਨੂੰ ਅੱਗੇ ਵਧਾ ਪਾਵਾਂ ਤੇ ਅੱਗੇ ਕੁਝ ਕਰ ਪਾਵਾਂ। ਪਲੀਜ਼ ਮੇਰੀ ਰਿਕੁਐਸਟ ਹੈ। ਤੁਸੀਂ ਦੱਸਿਆ ਕਿ ਤੁਸੀਂ ਇਕੱਲੇ ਹੋ, ਜੀ ਜੀ।
ਤੇ ਤੁਸੀਂ ਆਪਣਾ ਹੁਨਰ ਹੈ ਜਿਹੜਾ ਉਹ ਅੱਗੇ ਵੀ ਕਿਸੇ ਨੂੰ ਸਿਖਾ ਰਹੇ ਹੋ ਜਾਂ ਆਪਣੇ ਤੱਕ ਹੀ ਸੀਮਤ ਰੱਖਣਾ ਚਾਹੁੰਦੇ ਹੋ? ਸਿਖਾਉਣਾ ਚਾਹੁੰਦਾ ਜੀ। ਲੋਕ ਮੇਰੇ ਕੋਲ ਆਉਣਾ ਚਾਹੁੰਦੇ ਆ, ਉਹ ਕਹਿੰਦੇ ਆ ਸਾਡੇ ਕੋਲ ਪੈਸੇ ਨਹੀਂ ਹੈ, ਸਾਨੂੰ ਸਿਖਾ ਦਿਓ। ਮੈਂ ਤਾਂ ਹਰ ਇੱਕ ਤਬਕੇ ਨੂੰ ਸਿਖਾਉਣਾ ਚਾਹੁੰਦਾ। ਹੁਣ ਜਿਹੜੇ ਬਾਹਰੋਂ ਆਉਣਾ ਚਾਹੁੰਦੇ ਸੀ, ਮੇਰੇ ਕੋਲ ਅੰਗਰੇਜ਼ ਵੀ ਕਹਿੰਦੇ ਸੀ ਅਸੀਂ ਅੱਗੇ ਸਿੱਖਣਾ ਚਾਹੁੰਦੇ ਹਾਂ, ਪਰ ਹੁਣ ਅੰਗਰੇਜ਼ ਲੋਕਡਾਊਨ ਕਰਕੇ ਕੋਈ ਆ ਨਹੀਂ ਪਾ ਰਿਹਾ। ਇਹ ਪ੍ਰੋਬਲਮ ਕਰਕੇ ਲੋਕ ਬਹੁਤ ਸਿੱਖਣਾ ਚਾਹ ਰਹੇ ਆ। ਮੈਂ ਤਾਂ ਕਾਲਜ ਦੇ ਵਿੱਚ ਜਦ ਮੈਂ TEDx ਦੀ ਸਪੀਚ ਦੇ ਕੇ ਆਇਆ ਤਾਂ ਸਾਰਾ ਕਾਲਜ ਯੂਨੀਵਰਸਿਟੀ ਸਾਰੀ ਸਿੱਖਣਾ ਚਾਹੁੰਦੀ ਸੀ ਕਿ ਅਸੀਂ ਇਹ ਕੰਮ ਸਿੱਖਣਾ, ਕੁੜੀਆਂ ਵੀ ਤੇ ਮੁੰਡੇ ਵੀ। ਪਰ ਹੁਣ ਉਹ ਕਹਿੰਦੇ ਆ ਕਿ ਅਸੀਂ ਜੌਬ ਨਹੀਂ ਦੇ ਸਕਦੇ, ਤੁਸੀਂ ਅਗਰ ਆਉਣਾ ਚਾਹੁੰਦੇ ਹੋ ਤਾਂ 1000-2000 ਪਹਿਲੇ ਤੋਂ ਤੁਸੀਂ ਅੱਗੇ ਇਹਨਾਂ ਨੂੰ ਦੱਸ ਦਿਆ ਕਰੋ। ਉਹਦੇ 'ਚ ਸਾਡੀ ਅਸੀਂ ਖਰਚਾ ਚਲਾਵਾਂਗੇ ਜਾਂ ਉਹਨਾਂ ਦਾ ਉਹ ਕਰਾਂਗੇ। ਜੋ ਸਾਨੂੰ ਹਫਤੇ 10 ਦਿਨ ਮਹੀਨੇ ਦਾ 1000 ਰੁਪਏ ਮਿਲੇਗਾ, ਅਸੀਂ ਉਹ ਥੋੜਾ ਕਰਾਂਗੇ ਜੀ। ਅੱਛਾ, ਤੁਸੀਂ ਪੰਜਾਬੀ ਦੇ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਆ ਜਿਹੜੀ ਉਹਨਾਂ ਦੀਆਂ ਡਰੈਸਾਂ ਬਣਾਉਂਦੇ ਰਹੇ ਹੋ। ਕਿਹੜੇ ਪੰਜਾਬੀ ਕਲਾਕਾਰ ਨੇ ਜਿਨ੍ਹਾਂ ਦੀਆਂ ਡਰੈਸਾਂ ਬਣਾਉਂਦੇ ਰਹੇ ਹੋ ਤੇ ਉਹਨਾਂ ਕਲਾਕਾਰਾਂ ਵੱਲੋਂ ਤੁਹਾਡੀ ਕਦੇ ਕੋਈ ਵਿੱਤੀ ਮਦਦ ਕੀਤੀ ਗਈ ਹੈ? ਨਹੀਂ ਜੀ, ਮੈਂ ਡਰੈਸਾਂ ਤਾਂ ਮੈਂ ਬਣਾਉਂਦਾ ਰਿਹਾ। ਗੁਰਦਾਸ ਮਾਨ ਜੀ ਦੀਆਂ, ਹਰਜੀਤ ਹਰਮਨ ਦੀਆਂ, ਮਨਿੰਦਰ ਮੰਗਾ, ਸੁਰਜੀਤ ਖਾਨ, ਬਹੁਤ ਜਾਣਿਆਂ ਦੀ ਮੈਂ ਡਰੈਸਿਸ ਬਣਾਉਂਦਾ ਰਿਹਾ। ਉਸ ਟਾਈਮ ਮੇਰਾ ਮਿੰਟੂ ਬਜਾਜ ਨਾਮ ਚੱਲਦਾ ਸੀ, ਉਹਦੇ ਵਿੱਚ ਸੋਸ਼ਲ ਮੀਡੀਆ 'ਚ ਵੀ ਮਿੰਟੂ ਬਜਾਜ ਚੱਲਦਾ ਸੀ। ਪਰ ਉਹਨਾਂ ਨਾਲ ਜਦ ਮੇਰਾ ਕੰਮ ਚੱਲਦਾ ਸੀ, ਡਰੈਸਾਂ ਦਾ ਅਖਾੜੇ ਲੱਗਦੇ ਸੀ, ਉਹਦੇ ਕਰਕੇ ਕੰਮ ਚੱਲਦੇ ਸੀ ਤਾਂ ਉਹ ਬਣਵਾਉਂਦੇ ਸੀ। ਹੁਣ ਤਾਂ ਉਹਦਾ ਰਿਵਾਜ ਹੀ ਖਤਮ ਹੋ ਗਿਆ। ਸਿਰਫ ਮਾਨ ਸਾਹਿਬ ਡਰੈਸਾਂ ਪਾਉਂਦੇ ਆ, ਬਾਕੀ ਤਾਂ ਕੋਟ ਪੈਂਟ ਪਾ ਕੇ ਹੀ ਪ੍ਰੋਗਰਾਮ ਕਰ ਲੈਂਦੇ ਆ। ਡਰੈਸਾਂ ਦਾ ਕੰਮ ਇਸ ਕਰਕੇ ਘਟਣਾ ਸ਼ੁਰੂ ਹੋ ਗਿਆ। ਉਹ ਫਿਰ ਜਦ ਮੈਂ ਇਸ ਚੀਜ਼ ਦੇ ਵਿੱਚ ਲੱਗ ਗਿਆ, ਇਹਦੇ ਵਿੱਚ ਦਿਨ ਰਾਤ ਬੈਠਣਾ ਪੈਂਦਾ, ਫਿਰ ਮੈਂ ਡਰੈਸਿਸ ਛੱਡਤੀਆਂ। ਉਹਨਾਂ ਨਾਲ ਹੁਣ ਮੇਰੀ ਇੰਨੀ ਜ਼ਿਆਦਾ ਗੱਲਬਾਤ ਨਹੀਂ ਹੁੰਦੀ, ਨਹੀਂ ਮਿਲੇ। ਹਰਜੀਤ ਹਰਮਨ ਜੀ ਦਾ ਤਾਂ ਮੈਨੂੰ ਫੋਨ ਆਇਆ ਸੀ, ਉਹਨਾਂ ਨੇ ਤਾਂ ਮੈਨੂੰ ਕਿਹਾ ਵੀ ਸੀ ਕਿ ਕੋਈ ਮੇਰੇ ਤੋਂ ਕੋਈ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਬਜਾਜ ਜ਼ਰੂਰ ਦੱਸੀ। ਪਰ ਇੱਕ ਦਿਲ ਵੀ ਐਸਾ ਹੁੰਦਾ ਜਿਹੜਾ ਹਰ ਇੱਕ ਤੋਂ ਮੰਗ ਨਹੀਂ ਸਕਦਾ, ਨਾ ਹਰ ਇੱਕ ਤੋਂ ਲੈ ਸਕਦੇ ਆ, ਕਿਉਂਕਿ ਆਪਾਂ ਹੈਗੇ ਆ ਇੱਕ ਜ਼ਿੰਮੇਵਾਰ ਬੰਦੇ। ਮਿਹਨਤ ਕਰੀ ਹੈ, ਹੱਥ ਨਹੀਂ ਅੱਡਿਆ ਜਾਂਦਾ ਕਿਸੇ ਅੱਗੇ। ਮਿਹਨਤ ਕਰਕੇ ਖਾ ਸਕਦੇ ਆ, ਕਿਉਂਕਿ ਅੱਜ ਤੱਕ ਫਾਦਰ ਤੋਂ ਬਾਅਦ ਵੀ ਮਿਹਨਤ ਕਰੀ ਹੈ, ਹੱਥ ਨਹੀਂ ਅੱਡਿਆ। ਪਰ ਅੱਜ ਵੀ ਚਾਹੁੰਦੇ ਆ ਕਿ ਮਿਹਨਤ ਕਰਾਂਗੇ, ਪਰ ਸਾਨੂੰ ਮਿਹਨਤ ਦਾ ਮੁੱਲ ਦਿੱਤਾ ਜਾਵੇ। ਤੁਸੀਂ ਕਿਹਾ ਕਿ ਤੁਸੀਂ ਗੁਰਦਾਸ ਮਾਨ ਸਾਹਿਬ ਦੀਆਂ ਵੀ ਡਰੈਸਾਂ ਬਣਾਉਂਦੇ ਹੋ। ਹੁਣ ਗੁਰਦਾਸ ਮਾਨ ਸਾਹਿਬ ਅਜੇ ਵੀ ਜਿਹੜੇ ਸਟੇਜ ਤੇ ਹੈ ਉਹ ਰਵਾਇਤੀ ਪਹਿਰਾਵਾ ਬਣਾਉਂਦੇ, ਕਿ ਹੁਣ ਵੀ ਤੁਸੀਂ ਉਹਨਾਂ ਦੀਆਂ ਡਰੈਸਾਂ ਬਣਾ ਰਹੇ ਹੋ? ਨਹੀਂ ਜੀ, ਮੈंने ਹੁਣ ਤੋਂ 2 ਸਾਲ ਪਹਿਲਾਂ ਬਣਾਈਆਂ ਸੀ। ਪਹਿਲਾਂ ਉਹਨਾਂ ਦੀਆਂ ਮੇਰੇ ਕੋਲ ਬਣਦੀਆਂ ਰਹੀਆਂ, ਕਿਉਂਕਿ ਹੁਣ ਮੈंने ਉਹਨਾਂ ਨੂੰ ਖੁਦ ਹੀ ਜਵਾਬ ਦਿੱਤਾ ਕਿ ਮੈਂ ਨਹੀਂ ਬਣਾ ਪਾਵਾਂਗਾ, ਕਿਉਂਕਿ ਮੈਂ ਇਸ ਕੰਮ ਦੇ ਵਿੱਚ ਲੱਗ ਗਿਆ। ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਬੇਟਾ ਤੂੰ ਇਹ ਕਰ। ਉਹਨਾਂ ਦੀਆਂ ਡਰੈਸਾਂ ਤਾਂ ਹਰ ਇੱਕ ਜਗ੍ਹਾ ਤੋਂ ਬਣ ਕੇ ਆਉਂਦੀਆਂ, ਕਈ ਲੋਕ ਗਿਫਟ ਵੀ ਕਰਦੇ ਆ। ਹੁਣ ਮੇਰੇ ਕੋਲੋਂ ਕਈ ਬੰਦੇ ਪ੍ਰੋਗਰਾਮ ਕਰਵਾਉਂਦੇ ਸੀ, ਉਹ ਮੇਰੇ ਤੋਂ ਬਣਵਾ ਲੈਂਦੇ ਸੀ ਕਿ ਮਾਨ ਸਾਹਿਬ ਦਾ ਪ੍ਰੋਗਰਾਮ ਉਹਨਾਂ ਨੂੰ ਗਿਫਟ ਕਰਨੀ ਹੈ, ਉਹ ਮੇਰੇ ਤੋਂ ਬਣਵਾ ਕੇ ਲੈ ਕੇ ਜਾਂਦੇ ਸੀ। ਕਿਉਂਕਿ ਉਹ ਟਾਈਮ ਨਿਕਲ ਗਏ ਜੋ ਪਹਿਲੇ ਟਾਈਮ ਸੀ। ਪਰ ਉਹਦੇ ਵਿੱਚ ਇਹ ਹੈ ਕਿ ਅੱਗੇ ਤੋਂ ਅੱਗੇ ਜਿਹੜੇ ਕੰਮ ਹੈ ਉਹ ਕੰਪੀਟੀਸ਼ਨ ਦਾ ਟਾਈਮ ਹੈ। ਹਰ ਇੱਕ ਕੋਈ ਬੰਦਾ ਕੰਪੀਟੀਸ਼ਨ ਦੇ ਵਿੱਚ ਹੀ ਜਾਂਦਾ। ਇਸ ਕਰਕੇ ਮੈਂ ਐਸਾ ਕੰਮ ਕਰਿਆ ਜਿਹਦੇ ਵਿੱਚ ਮੈਂ ਕੰਪੀਟੀਟਰ ਹੀ ਨਹੀਂ ਛੱਡਿਆ। ਮੈਂ ਚਾਹੁੰਦਾ ਸੀ ਕੁਝ ਐਸਾ ਕਰਾਂ, ਕਿਉਂਕਿ ਮੈਂ ਕੋਟ ਬਣਾਉਂਦਾ ਸੀ, ਅਚਕਨ, ਸ਼ੇਰਵਾਨੀ, ਮੈਂ ਸਭ ਦੇ ਉੱਪਰ ਐਮਬਰਾਇਡਰੀ ਕਰਦਾ ਸੀ। ਉਹ ਉਸ ਟਾਈਮ ਹੁਣ ਰੈਡੀਮੇਡ ਆਉਣ ਲੱਗ ਗਏ, ਹੁਣ ਕਿਰਾਏ ਤੇ ਲੋਕ ਲੈਣ ਲੱਗੇ। ਹਰ ਇੱਕ ਕੰਮ ਅੱਗੇ ਤੋਂ ਅੱਗੇ ਘਟਦਾ ਚਲਾ ਗਿਆ, ਪਰ ਮੈਨੂੰ ਨਹੀਂ ਪਤਾ ਸੀ ਮੇਰਾ ਕੰਮ ਕਿਉਂ ਘਟ ਰਿਹਾ। ਮੈਂ ਤਾਂ 3 ਸਾਲ ਕੰਮ ਵੀ ਛੱਡੀ ਰੱਖਿਆ, ਬਿਲਕੁਲ ਕੰਮ ਬਿਲਕੁਲ ਬੰਦ ਕਰਤਿਆ ਸੀ। ਪਰ ਪਰਮਾਤਮਾ ਨੇ ਰਾਹ ਪਾਇਆ ਮੈਨੂੰ, ਉਹਨਾਂ ਨੇ ਬਾਹਰ ਕੱਢਿਆ। ਆਹ ਚੀਜ਼ ਦਿਖਾਈ ਕਿ ਤੇਰੇ ਕੋਲ ਖੁਦ ਕੋਹਿਨੂਰ ਦਾ ਹੀਰਾ ਹੈ, ਤੂੰ ਇਹਨੂੰ ਬਾਹਰ ਕੱਢ। ਇਸ ਨੂੰ ਮੈਂ ਬਸ ਅੱਗੇ ਐਸਾ ਲੈ ਕੇ ਗਿਆ। ਪਰ ਇਹੀ ਹੁਣ ਮੇਰੀ ਜ਼ਿੰਦਗੀ ਹੈ, ਇਹੀ ਮੇਰੀ ਲਾਈਫ ਹੈ। ਇਸ ਨੂੰ ਹੀ ਬਣਾਉਂਦੇ ਬਣਾਉਂਦੇ ਇਹੀ ਮੈਂ ਜ਼ਿੰਦਗੀਆਂ ਚਲੇ ਜਾਊਂਗਾ। ਪਰ ਇਹ ਹੈ ਕਿ ਨਾਮ ਰੋਸ਼ਨ ਕਰ ਜਾਵਾਂਗਾ ਪੂਰੇ ਇੰਡੀਆ ਦਾ, ਪੂਰੇ ਵਰਲਡ ਦਾ, ਖਾਸ ਕਰਕੇ ਪੰਜਾਬੀ ਦਾ, ਕਿ ਅਸੀਂ ਪੰਜਾਬੀ ਹਾਂ, ਅਸੀਂ ਕੁਝ ਵੀ ਕਰ ਸਕਦੇ ਹਾਂ। ਕਹਿੰਦੇ ਆ ਪੰਜਾਬੀ ਸਿਰਫ ਨਸ਼ਿਆਂ 'ਚ ਪਏ ਹੋਏ ਆ, ਨਸ਼ੇ ਕਰੀ ਜਾਂਦੇ। ਮੈਂ ਮੰਨਦਾ ਇਸ ਟਾਈਮ ਨਸ਼ੇ ਬਹੁਤ ਹੈ ਪੰਜਾਬ ਦੇ ਅੰਦਰ, ਪਿੰਡਾਂ ਦੇ ਵਿੱਚ ਵਿਕ ਰਿਹਾ। ਸਰਕਾਰ ਨੂੰ ਗੁਜ਼ਾਰਿਸ਼ ਹੈ ਕਿ ਉਹਨਾਂ ਦੇ ਵਾਸਤੇ ਵੀ ਕੁਝ ਕਰੋ, ਕਿ ਜਿਹੜੇ ਲੋਕ ਕਰ ਰਹੇ ਹੈ। ਪਰ ਮੁੰਡੇ ਨੌਜਵਾਨ ਐਸੇ ਹੈ ਜਿਹੜੇ ਦਿਮਾਗ ਵੱਲੋਂ ਬਹੁਤ ਤੇਜ਼ ਹੈ, ਕਿ ਆਪਣੇ ਮਾਈਂਡ ਨਾਲ ਦੁਨੀਆ ਜਿੱਤ ਸਕਦੇ ਆ। ਅਸੀਂ ਇੰਡੀਅਨ ਹੈ ਹੀ ਐਸੇ ਹਾਂ, ਪੰਜਾਬੀ ਜਿਹੜੇ ਅਸੀਂ ਦੁਨੀਆ ਜਿੱਤ ਸਕਦੇ ਹਾਂ। ਪਰ ਮੈਂ ਚਾਹੁੰਦਾ ਕਿ ਸਰਕਾਰ ਅਗਰ ਹੈਲਪ ਕਰੇ ਤਾਂ ਬੰਦਾ ਕੀ ਨਹੀਂ ਕੁਝ ਕਰ ਸਕਦਾ। ਸਰ ਬਹੁਤ ਕੁਝ ਕਰ ਸਕਦਾ, ਪੰਜਾਬੀ ਬਹੁਤ ਕੁਝ ਕਰ ਸਕਦਾ। ਅੱਛਾ ਜੀ, ਮੈਂ ਸਿੱਧਾ ਜੇ ਤੁਹਾਨੂੰ ਇਹ ਪੁੱਛਾਂ ਕਿ ਤੁਸੀਂ ਸਰਕਾਰ ਕੋਲੋਂ ਮਦਦ ਤੁਸੀਂ ਚਾਹੁੰਦੇ ਹੋ ਕਿ ਮੈਂ ਨੌਕਰੀ ਵੀ ਮੰਗੀ, ਮੈਂ ਪੈਸਾ ਵੀ ਮੰਗਿਆ, ਪਰ ਤੁਸੀਂ ਸਰਕਾਰ ਕੋਲੋਂ ਜੇ ਤੁਹਾਡੀ ਮੈਂ ਆਖਰੀ ਸਵਾਲ ਆ ਤੁਹਾਨੂੰ ਕਿ ਤੁਸੀਂ ਪੰਜਾਬ ਸਰਕਾਰ ਕੋਲੋਂ, ਕਿਉਂਕਿ ਤੁਸੀਂ ਕਿਹਾ ਕਿ ਮੈਂ ਪੰਜਾਬ ਲਈ ਕੰਮ ਕਰਨਾ ਚਾਹੁੰਦਾ, ਪੰਜਾਬ ਸਰਕਾਰ ਤੋਂ ਕੀ ਮਦਦ ਮੰਗਦੇ ਹੋ? ਤੇ ਤੁਸੀਂ ਜਿਹੜੀ ਹੁਣ ਤੱਕ ਕੋਈ ਸੁਨੇਹਾ ਪਹੁੰਚਾਇਆ, ਸਰਕਾਰ ਤੱਕ ਪਹੁੰਚ ਕੀਤੀ ਹੈ, ਉਹਦੇ 'ਚ ਤੁਸੀਂ ਕੀ ਮੰਗ ਰੱਖੀ ਸੀ? मैंने तो यही मंग रखी सी जी कि मैनू कोई भी जगह दी जाए जिते एयरपोर्ट कोले मोहाली जगह तो हैगी है, उत्थे आपां कर सकते हैं। अगर कोई जगह खुल जाए, इंस्टीट्यूट पटियाले के अंदर जगह हैगी है, नहीं तो मैनू किसी यूनीवर्सिटी के अंदर जगह दे दी जाए, या तो मैनू यूनीवर्सिटी या तो मैनू कोई मंथली मेरी बन दी जाए जिहदे मेरे घर का खर्चा चलता रहे। क्योंकि जब मैं फोटो बनाना, मैं 2-2 3-3 महीने उसके उपर लग्या रहना, वो उपर भाजी खर्चा भी आता, रीलों का भी खर्चा आता, बिजली का भी खर्चा आता, वो मेरा बिल्कुल ब्लॉक हो जाता, रुक जाता है। मगर मैनू कोई बंदा पोर्ट्रेट का ऑर्डर दिंदा है, अगर मैं वो 20-30 हज़ार 40 हज़ार लेना भी हाँ, तो वो मैनू अगर 2 महीने बाद मैनू अगर मेरा पूरा होंदा है तो मैनू दसो मैं की कमा लिया। ये तो 700-800 रुपये डेली की जिमें मजदूरी होंदी है वो चीज़ होगी। मैं सरकार को यही गुजारिश करी सी कि मैनू कोई इंस्टीट्यूट खोल दो, मैनू कोई जगह दे दो, उरे किन्नियां सरकारी जगह हैगियां, उहदे विच मेरी आर्थिक तौर पर मेरी मदद कर दो, पैसे वालों मैनू हैल्प कर दो कि जिसनों मैं अगे जाके लोगों को सिखा पावां। आपां कोई उन्हां तो ये नहीं कह रहे कि सानू मैनू
ਮੰਥਲੀ ਲਵਾ ਦਿਓ, ਮੈਨੂੰ ਕੋਈ ਜੌਬ ਦੇ ਦਿਓ, ਮੈਂ ਸਿਖਾ ਪਾਵਾਂ ਲੋਕਾਂ ਨੂੰ। ਮੇਰੇ ਭਾਈ ਪੜ੍ਹੇ ਹੋਏ ਆ BA, ਉਹਨਾਂ ਨੂੰ ਵੀ ਦੇ ਸਕਦੇ ਆ, ਉਹਨਾਂ ਨੂੰ ਵੀ ਪੇਂਟਿੰਗ ਆਉਂਦੀ ਹੈ, ਉਹਨਾਂ ਨੂੰ ਮਹਿੰਦੀ ਦਾ ਆਉਂਦਾ, ਉਹਨਾਂ ਨੇ ਕੋਰਸ ਕਰਿਆ ਹੋਇਆ, ਕੁਝ ਵੀ ਹੋ ਸਕੇ ਜਿਹਦੇ 'ਚ ਘਰ ਦਾ ਖਰਚਾ ਚੱਲ ਪਾਵੇ। ਉਸ ਕਰਕੇ ਮੈਂ ਇੰਨੀ ਜ਼ਿਆਦਾ ਰਿਕੁਐਸਟ ਕਰਕੇ ਆਇਆ ਸੀ, ਉਹ ਬਸ ਉਸ ਤੋਂ ਬਾਅਦ ਮੈਨੂੰ ਕੋਈ ਜਵਾਬ ਨਹੀਂ ਆਇਆ। ਤੁਸੀਂ ਕਿਹਨੂੰ ਮਿਲੇ ਸੀ ਜਦੋਂ ਰਿਕੁਐਸਟ ਕੀਤੀ ਸੀ? ਦੇਖੋ ਜੀ, ਮੈਂ ਕੈਪਟਨ ਸਾਹਿਬ ਨੂੰ ਮਿਲ ਕੇ ਆਇਆ ਸੀ, ਉਹਨਾਂ ਨੇ ਕੰਮ ਦੇਖਿਆ, ਪਰ ਮੈਨੂੰ ਉਹਨਾਂ ਨੇ ਕੋਈ ਸਫੀਸ਼ੀਐਂਟ ਜਵਾਬ ਨਹੀਂ ਦਿੱਤਾ। ਮੈਨੂੰ ਸਮਝ ਹੀ ਨਹੀਂ ਆਈ ਮੈਂ ਕੀ ਕਰਾਂ, ਮੈਂ ਉੱਥੋਂ ਬਾਹਰ ਆ ਗਿਆ। ਮੈਨਾਂ ਇਸ ਕਰਕੇ ਮੇਰਾ ਮਨ ਬੜਾ ਖਰਾਬ ਹੈ ਕਿ ਜਿਸ ਸ਼ਹਿਰ ਦਾ ਮੈਂ ਹੋ ਕੇ ਪਟਿਆਲਾ, ਜਿੱਥੇ ਦੇ ਖੁਦ ਦੇ CM ਸਾਹਿਬ ਹੈ, ਸਾਰੀ ਜ਼ਿੰਦਗੀ ਇਹਨਾਂ ਦੇ ਨਾਲ ਰਹੇ, ਉਰੇ ਜੰਮੇ ਪਲਿਆ ਸੀ। ਕਿਉਂਕਿ ਮੈਂ ਕਾਂਗਰਸ ਸਰਕਾਰ ਦੇ ਵਿੱਚ ਹੀ 18 ਸਾਲ ਪੋਲਿੰਗ ਏਜੰਟ ਬਣ ਕੇ ਮੈਂ ਕਾਂਗਰਸ ਦਾ ਰਹਿੰਦਾ ਰਿਹਾ। मैंने कभी भी आज तक कभी कोई चीज़ नहीं मंगी, कभी कोई पैसा नहीं मंगया, कभी कुछ नहीं किया, पर फिर भी अब मैं तो अपने हुनर का सदके मंग रहा, कुछ होर चीज़ तो मंग नहीं रहा। मेरा हक बनता है, मैं कोई उन्होंने तो कोई कर्जा नहीं मंग रहा, पैसा नहीं मंग रहा। ये मेरा हक बनता है कि ਜਿਹੜਾ ਬੰਦਾ ਪਟਿਆਲੇ ਦਾ ਪੰਜਾਬ ਦਾ ਨਾਮ ਰੋਸ਼ਨ ਕਰਦਾ ਹੈ ਉਹਨੂੰ ਸਰਕਾਰ ਕੀ ਦਿੰਦੀ ਹੈ, ਜਿਹੜਾ ਵਰਲਡ ਦੇ ਅੰਦਰ ਬੰਦਾ ਇਕੱਲਾ ਕੰਮ ਕਰ ਰਿਹਾ ਉਹਨੂੰ ਸਰਕਾਰ ਕੀ ਦਿੰਦੀ ਹੈ। ਹੁਣ ਇਸ ਤੋਂ ਜ਼ਿਆਦਾ ਬੰਦਾ ਹੋਰ ਕੀ ਕਰੇ, ਉਹ ਤੁਸੀਂ ਆਪ ਜਾਣੀ ਜਾਣੋ ਉਹਨੂੰ, ਜਾਂ ਰੱਬ ਜਾਣਦਾ ਕਿ ਇਸ ਤੋਂ ਜ਼ਿਆਦਾ ਬੰਦਾ ਹੋਰ ਕੀ ਕਰੇ। ਅਰੁਣ ਜੀ, ਅਸੀਂ ਉਮੀਦ ਕਰਾਂਗੇ ਕਿ ਸਰਕਾਰ ਤੁਹਾਡੀ ਬਾਂਹ ਫੜੇ, ਜੋ ਤੁਹਾਡੀਆਂ ਮੰਗਾਂ ਨੇ ਉਹ ਮੰਨੀਆਂ ਜਾਣ, ਤੇ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਇਹ ਸਨ ਜੀ ਅਰੁਣ ਬਜਾਜ, ਜਿਹੜੇ ਨਿਡਲਮੈਨ ਦੇ ਨਾਮ ਨਾਲ ਜਾਣੇ ਜਾਂਦੇ ਨੇ। ਇਹਨਾਂ ਦੁਨੀਆ ਦੇ ਭਰ ਦੇ ਵਿੱਚ ਇਹ ਵਿਲੱਖਣ ਕੰਮ ਕੀਤਾ। ਇਹ ਕਹਿੰਦੇ ਕਿ ਮੇਰੀ ਸੋਚ ਸੀ ਕਿ ਮੈਂ ਦੁਨੀਆ ਭਰ 'ਚ ਕੋਈ ਵਿਲੱਖਣ ਕੰਮ ਕੀਤਾ, ਸੋ ਇਹ ਵਿਲੱਖਣਤਾ ਦੇ ਨਾਲ ਮਸ਼ਹੂਰ ਨੇ। ਇਹਨਾਂ ਨੇ ਬਹੁਤ ਸਾਰੇ ਵਰਲਡ ਰਿਕਾਰਡ ਵੀ ਬਣਾਏ ਨੇ, ਇੰਡੀਆ ਰਿਕਾਰਡ ਵੀ ਬਣਾਏ ਨੇ। ਔਰ ਖ਼ਾਸ ਗੱਲ ਇਹ ਹੈ ਕਿ ਇਹਨਾਂ ਨੇ ਕੰਮ ਉਦੋਂ ਸ਼ੁਰੂ ਕੀਤਾ ਹੈ, ਕਹਿੰਦੇ ਕਿ ਮੈਂ ਕਢਾਈ ਦਾ ਕੰਮ ਪਹਿਲਾਂ ਵੀ ਕਰਦਾ ਸੀ। ਇਹਨਾਂ ਦਾ ਇਹ ਰਵਾਇਤੀ ਧੰਦਾ ਹੈ, ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਵੀ ਇਹੀ ਕੰਮ ਕਰਦੇ ਸੀ। ਇਹ ਕਹਿੰਦੇ ਪਿਤਾ ਦੀ ਮੌਤ ਤੋਂ ਬਾਅਦ ਮੈਂ ਇਹ ਕੰਮ ਸ਼ੁਰੂ ਕੀਤਾ, ਔਰ ਸੁੱਤੇ ਪਏ ਮੈਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਿਲਦੇ ਆ, ਔਰ ਗੁਰੂ ਨਾਨਕ ਦੇਵ ਜੀ ਦੀ ਮੈਂ ਤਸਵੀਰ ਬਣਾ ਰਿਹਾ, ਔਰ ਜਿਉਂ ਹੀ ਅੱਖ ਖੁੱਲ੍ਹਦੀ ਆ ਉਸ ਤੋਂ ਬਾਅਦ ਅਗਲੇ ਦਿਨ ਤੋਂ ਹੀ ਉਹ ਕੰਮ ਸ਼ੁਰੂ ਕਰ ਦਿੱਤਾ, ਜਿਹੜਾ ਹੁਣ ਤੱਕ ਬੇਰੋਕ ਜਾਰੀ ਹੈ। ਸੋ ਇਹਨਾਂ ਨੂੰ ਹੁਣ ਤੱਕ ਇਹ ਕਹਿ ਰਹੇ ਆ ਕਿ ਸਾਡੀਆਂ ਜਿਹੜੀ ਮੇਰੀ ਇੱਕ ਨੇਮ ਫੇਮ ਦੀ ਗੱਲ ਹੁੰਦੀ ਹੈ, ਮੇਰੀ ਮਸ਼ਹੂਰੀ ਬਹੁਤ ਹੋ ਗਈ, ਪਰ ਮੇਰੀ ਵਿੱਤੀ ਤੌਰ 'ਤੇ ਮਦਦ ਹੈ ਉਹ ਹੁਣ ਤੱਕ ਨਹੀਂ ਹੋਈ। ਜਿੰਨੇ ਵੀ ਮੈਨੂੰ ਕੇਂਦਰ ਸਰਕਾਰ ਵੱਲੋਂ ਇਨਾਮ ਮਿਲੇ ਹੈ, ਅਵਾਰਡ ਮਿਲਿਆ ਹੈ, ਉਹ ਵੀ ਮੈਂ ਪੈਸਾ ਖਰਚ ਕੇ ਲਏ ਹੈ। ਸਪੋਕਸਮੈਨ TV ਲਈ ਪਟਿਆਲਾ ਤੋਂ ਤੇਜਿੰਦਰ ਫਤਿਹਪੁਰ।